ਇਹ ਜਿਹੜੇ ਜਿੰਨੇ ਵੀ ਪੌਦੇ ਅਸੀਂ ਲਾਉਨੇ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਣਾ ਪੈਂਦਾ। ਜਿੰਨਾ ਚਿਰ ਅਸੀਂ ਪਾਲਦੇ ਨਹੀਂ ਇਹਨਾਂ ਨੂੰ ਲਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਪੋਲੀਟੀਕਲ ਇਸ਼ੂ ਹੈ ਕਿ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣੀ ਹੈ। ਕਿਸਾਨਾਂ ਨੂੰ ਬਿਜਲੀ ਕਿਉਂ ਫ੍ਰੀ ਦੇਣੀ ਹੈ ਜੀ? ਇਹਨੂੰ ਮੀਟਰਡ ਕਰੋ। ਕਿਸਾਨਾਂ ਨੂੰ ਇਸ ਚੀਜ਼ ਦੇ ਸਮਰੱਥ ਬਣਾਓਗੇ ਉਹ ਬਿਜਲੀ ਦਾ ਬਿੱਲ ਪੇ ਕਰ ਸਕਣ। ਘੱਟ ਪਾਣੀ ਕੰਜ਼ਿਊਮ ਕਰਨੇ ਵਾਲੀਆਂ ਫਸਲਾਂ ਕਿਸਾਨ ਤਾਂ ਲਗਾਊਗਾ ਜੇ ਉਹਨਾਂ ਨੂੰ ਅੱਗੇ ਉਹਦੀ ਮਾਰਕੀਟਿੰਗ ਦਿਸਦੀ ਹੋਵੇ। ਠੀਕ ਹੈ, ਉਸ ਐਂਡ ਤੋਂ ਤਾਂ ਅਸੀਂ ਕੰਮ ਨਹੀਂ ਕਰ ਰਹੇ। ਗਰਾਊਂਡ ਵਾਟਰ ਦੀ ਇੱਕ ਹੋਰ ਵੀ ਸਮੱਸਿਆ ਚੱਲ ਰਹੀ ਪੰਜਾਬ ਦੇ ਵਿੱਚ। ਵਿਸ਼ਵ ਪੱਧਰ ਦੀ ਇੱਕ ਬਹੁਤ ਵੱਡੀ ਸੰਸਥਾ ਨਾਸਾ ਨੇ ਕਾਫੀ ਚਿਰ ਪਹਿਲਾਂ ਐਲਾਨ ਵੀ ਦਿੱਤਾ ਸੀ ਵੀ ਜੇ ਇਹ ਪੰਜਾਬ ਦਾ ਜਿਹੜਾ ਜ਼ਮੀਨੀ ਪੱਧਰੀ ਪਾਣੀ ਹੈ 2 ਤੋਂ 2.5 ਫੁੱਟ ਨੀਚੇ ਜਾ ਰਿਹਾ ਹਰ ਸਾਲ, ਤੇ ਜੇ ਇੱਕ ਸਮਾਂ ਇਹ ਆ ਜਾਏਗਾ ਕਿ ਚਾਰ ਕੁ ਦਹਾਕਿਆਂ ਬਾਅਦ ਰੇਗਿਸਤਾਨ ਵਰਗੀ ਸਥਿਤੀ ਬਣ ਜਾਣੀ ਹੈ, ਉਹਦੇ ਪ੍ਰਤੀ ਕੋਈ ਸਰਕਾਰ ਦੀ ਕੋਈ ਹੈ ਪਾਲਿਸੀ? ਹੇਠਲੇ ਪਾਣੀ ਦੀ ਗੱਲ ਕੀਤੀ, ਥੋੜਾ ਜਿਹਾ ਆਕਸੀਜਨ ਦੀ ਜਿਹੜੀ ਅੱਜ ਕੱਲ੍ਹ ਬੜੀ ਚਰਚਾ ਚੱਲ ਰਹੀ ਹੈ ਕਿ ਆਕਸੀਜਨ ਘਟ ਗਈ ਜੀ, ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ, ਆਕਸੀਜਨ ਦੇ ਵਿੱਚ ਵਿਸ਼ਵ ਪੱਧਰ ਤੇ ਗੱਲ ਹੋ ਗਈ। ਉਹਦੇ ਪ੍ਰਤੀ ਜਿਹੜੀ ਆਪਾਂ ਆਕਸੀਜਨ ਕਰਦੇ ਹਾਂ ਉਹ ਕਿਹੜੀ ਆਕਸੀਜਨ ਦਿੱਤੀ ਜਾਂਦੀ ਹੈ? ਆਪਣੀ ਇਸ ਵਾਤਾਵਰਨ ਨੂੰ ਨੁਕਸਾਨ ਕਰਦੀ ਹੈ ਉਹ ਜਿਹੜੀ ਆਪਾਂ ਹਵਾ ਚੋਂ ਲੈਂਦੇ ਹਾਂ? ਜਿੱਦਾਂ ਆਕਸੀਜਨ ਘਟੀ ਜਾਂਦੀ ਹੈ ਐਟਮੋਸਫੀਅਰ ਚੋਂ, ਕਾਰਬਨ ਡਾਈਆਕਸਾਈਡ ਤੇ ਸਲਫਰ ਡਾਈਆਕਸਾਈਡ ਵਗੈਰਾ ਵਧੀ ਜਾਂਦੀਆਂ, ਮੀਥੇਨ ਵਧੀ ਜਾਂਦੀ ਹੈ। ਇਹ ਜਿਹੜੀਆਂ ਗੈਸਾਂ ਆ ਇਹ ਹੀਟ ਨੂੰ ਟਰੈਪ ਕਰ ਲੈਂਦੀਆਂ, ਉਹਦੇ ਨਾਲ ਸਾਰਾ ਓਵਰਆਲ ਟੈਂਪਰੇਚਰ ਵਧੀ ਜਾਂਦਾ। ਓਵਰਆਲ ਟੈਂਪਰੇਚਰ ਵਧਣ ਨਾਲ ਉੱਪਰਲੇ ਗਲੇਸ਼ੀਅਰ ਪਿਘਲੀ ਜਾਂਦੇ ਆ। ਕਈ ਇਦਾਂ ਦੇ ਜਾਨਵਰ ਆ ਜਿਨ੍ਹਾਂ ਨੇ ਠੰਡ 'ਚ ਰਹਿਣਾ ਹੁੰਦਾ ਉਹ ਮਰੀ ਜਾਂਦੇ ਆ। ਕੁਦਰਤ 'ਚ ਬਹੁਤ ਵੱਡੀ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ। ਪਾਲਿਸੀਆਂ ਨੇ ਕੁਝ ਸਰਕਾਰ ਦੀਆਂ ਉਹ ਐਸੀਆਂ ਨੇ ਕਿ ਉਹ ਜਿਹੜਾ ਜ਼ਮੀਨੀ ਪੱਧਰ ਦਾ ਪਾਣੀ ਹੈ ਉਸ ਨੂੰ ਹੋਰ ਥੱਲੇ ਲਿਜਾ ਰਹੀਆਂ ਨੇ, ਜਿਵੇਂ ਕਿ ਮੁਫਤ ਬਿਜਲੀ ਦੀ ਪਾਲਿਸੀ ਹੋ ਗਈ, ਜਾਂ ਇੱਕ ਸਫੈਦੇ ਦੀ ਕਾਸ਼ਤ ਕੀਤੀ ਜਾਂਦੀ ਹੈ ਆਪਣੇ, ਉਸ ਨੂੰ ਵੀ ਹੰਗਰੀ ਟਰੀ ਮੰਨਿਆ ਜਾਂਦਾ ਹੈ। ਉਸ ਤੇ ਵੀ ਰੋਕ ਲਾਈ ਸੀ ਪਰ ਸਰਕਾਰਾਂ ਉਹ 'ਚ ਗੌਰ ਨਹੀਂ ਦੇ ਰਹੀਆਂ। ਹਜੇ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਪੰਜਾਬ ਦੇ ਪਾਣੀਆਂ ਦਾ ਹੇਠਲਾ ਪੱਧਰ ਗਿਰ ਰਿਹਾ ਹੈ, ਹਵਾ ਦਾ ਮਿਆਰ ਘਟ ਰਿਹਾ ਹੈ। ਵਾਤਾਵਰਨ ਸੰਭਾਲ ਦਿਨ ਦੇ ਤਹਿਤ ਸਰਕਾਰਾਂ ਇਸ ਤੇ ਚਰਚਾਵਾਂ ਕਰਦੀਆਂ ਨੇ, ਗੱਲਾਂ ਕਰਦੀਆਂ ਨੇ, ਨੀਤੀਆਂ ਅਪਣਾਈਆਂ ਜਾਂਦੀਆਂ ਨੇ। ਉਹਨਾਂ ਦਾ ਅਮਲ ਕਿੰਨਾ ਹੁੰਦਾ ਹੈ, ਉਹ ਕਿੰਨੀਆਂ ਕਾਰਗਰ ਹੁੰਦੀਆਂ ਨੇ, ਲੋਕਾਂ ਦੇ ਵਿੱਚ ਉਸ ਦਾ ਕਿੰਨਾ ਸਾਰਥਕ ਰੂਪ ਨਿਕਲਦਾ ਹੈ, ਅਜਿਹੇ ਵਿਸ਼ਿਆਂ ਨੂੰ ਲੈ ਕੇ ਅਸੀਂ ਅੱਜ ਚਰਚਾ ਕਰਨ ਜਾ ਰਹੇ ਨੇ। ਮੇਰੇ ਨਾਲ ਸਰਦਾਰ ਮਨਦੀਪ ਸਿੰਘ ਲਾਚੋਵਾਲ, ਐਕਸ਼ਨ ਗਮਾਡਾ, ਸਰਦਾਰ ਸੁਰਿੰਦਰ ਸਿੰਘ ਬਾਗਾ, ਵਸਤੂ ਕਲਾ ਦੇ ਮਾਹਿਰ, ਕਈ ਕਿਤਾਬਾਂ ਦੇ ਰਚੇਤਾ, ਤੇ ਸਰਦਾਰ ਗੁਰਮੇਲ ਸਿੰਘ, ਭਗਤ ਪੂਰਨ ਸਿੰਘ, ਵਾਤਾਵਰਨ ਸਵਾਲ ਕਮੇਟੀ ਦੇ ਮੋਹਰੀ ਆਗੂਆਂ 'ਚੋਂ ਸ਼ਾਮਲ ਨੇ। ਗੱਲ ਤੁਹਾਡੇ ਤੋਂ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਦੇ ਤੁਸੀਂ ਨੁਮਾਇੰਦੇ ਹੋ। ਤੁਸੀਂ ਜੇ ਆਪਾਂ ਰੁੱਖ ਲਗਾਉਣ ਦੀ ਗੱਲ ਕਰੀਏ, ਸਭ ਤੋਂ ਪਹਿਲੀ ਚਰਚਾ ਜੇ ਕੋਈ NGO ਸ਼ੁਰੂ ਕਰਦੀ ਹੈ ਕਿ ਆਪਾਂ ਰੁੱਖ ਲਗਾਈਏ, ਰੁੱਖਾਂ ਦੀ ਲਗਾਉਣ ਦੀ ਕੀ ਸਾਰਥਕਤਾ ਹੁੰਦੀ ਹੈ? ਇਹਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ? ਕੀ ਇਹਦਾ ਯੋਗਦਾਨ ਹੈ? ਰੁੱਖਾਂ ਦੀ ਸਾਰਥਕਤਾ ਲਗਾਉਣ ਦੀ ਤੁਸੀਂ ਜੇ ਪ੍ਰੈਕਟੀਕਲ ਤੌਰ ਤੇ ਦੇਖਣੀ ਹੋਵੇ ਜੀ, ਤੁਸੀਂ ਲੇਹ ਲਦਾਖ ਵਰਗੇ ਏਰੀਏ 'ਚ ਜਾਓ ਜੀ, ਤੁਹਾਨੂੰ ਤੀਜਾ ਚੌਥਾ ਸਾਹ ਜਿਹੜਾ ਉਹ ਖਿੱਚ ਕੇ ਆਊਗਾ ਜੀ। ਬੰਦਾ ਸੋਚਦਾ ਯਾਰ ਮੈਂ ਕਿੱਥੇ ਆ ਗਿਆ, ਮੈਨੂੰ ਆਕਸੀਜਨ ਨਹੀਂ ਆ ਰਹੀ ਜੀ। ਜਿਹੜਾ ਰੁੱਖ ਹੈ, ਇੱਕ ਰੁੱਖ ਉਹ 1 ਸਾਲ ਦੇ ਵਿੱਚ ਜੇ ਅਸੀਂ ਐਵਰੇਜ ਸਾਈਜ਼ ਦਾ ਰੁੱਖ ਲੈ ਲਈਏ ਜੀ, ਜਿਹਦਾ 20 ਕੁਆਂਟਲ ਵਜ਼ਨ ਹੋਵੇ ਜੀ, ਤੇ 12 ਮੀਟਰ ਦੀ ਜਿਹਦੀ ਹਾਈਟ ਹੋਵੇ ਜੀ, ਉਹ ਐਵਰੇਜ ਸਾਈਜ਼ ਦਾ ਰੁੱਖ 100 ਕਿਲੋਗ੍ਰਾਮ 1 ਸਾਲ ਦੀ ਆਕਸੀਜਨ ਪ੍ਰੋਡਿਊਸ ਕਰਦਾ ਹੈ ਜੀ। ਤੁਹਾਨੂੰ ਪਤਾ ਵੀ ਐਟਮੋਸਫੇਅਰ ਦੀ ਜਿਹੜੀ ਗੈਸ ਆ ਉਹਦੇ ਵਿੱਚ ਆਕਸੀਜਨ ਦਾ 23% ਹਿੱਸਾ ਹੁੰਦਾ ਜੀ। ਇੱਕ ਬੰਦਾ 9.5 ਟਨ ਜੀ ਆਕਸੀਜਨ ਬਰੀਥ ਕਰਦਾ ਹੈ 1 ਸਾਲ ਦੇ ਵਿੱਚ। 1 ਸਾਲ ਦੇ ਵਿੱਚ? 1 ਸਾਲ ਦੇ ਵਿੱਚ ਇੱਕ ਰੁੱਖ ਕਿੰਨੀ ਕੁ ਪ੍ਰੋਡਿਊਸ ਕਰਦਾ ਜਾਂ ਕਿੰਨੀ ਸਹਾਇਤਾ ਦੇ ਸਕਦਾ? ਮੈਂ ਤੁਹਾਨੂੰ ਦੱਸਦਾ ਜੀ। ਇੰਨੀ ਤਾਂ 에ਅਰ ਬਰੀਥ ਕਰਦਾ ਹੈ ਉਹ ਇੱਕ ਬੰਦਾ ਜੀ। ਜਿਹੜੀ ਆਕਸੀਜਨ ਆ ਉਹਨੂੰ ਉਹਦੇ ਵਿੱਚ 750 ਕਿਲੋਗ੍ਰਾਮ ਦੇ ਕਰੀਬ ਚਾਹੀਦੀ ਹੈ ਜੀ। ਠੀਕ ਹੈ, 750 ਕਿਲੋਗ੍ਰਾਮ ਆਕਸੀਜਨ ਜਿਹੜੀ ਉਹ ਹੁਣ ਘੱਟੋ ਘੱਟ 8 ਟਰੀ ਜਿਹੜਾ 8 ਦਰਖਤ ਲਾਊਗਾ ਬੰਦਾ, ਉਹ 8 ਦਰਖਤ ਜਿਹੜੇ ਉਹ ਇੱਕ ਬੰਦੇ ਦੀ ਸਿਰਫ ਬਰੀਥਿੰਗ ਦੀ ਰਿਕੁਆਇਰਮੈਂਟ ਪੂਰੀ ਕਰ ਸਕਦੇ ਆ ਜੀ। ਇੱਕ ਬੰਦੇ ਨੂੰ ਸਾਹ ਲੈਣ ਲਈ 8 ਰੁੱਖ ਜਿਹੜੇ ਹੈ ਐਵਰੇਜ ਸਾਈਜ਼ ਦੇ ਉਹਨੂੰ ਸਪੋਰਟ ਕਰਨਗੇ ਜੀ। ਠੀਕ ਹੈ ਜੀ। ਅੱਛਾ, ਜਿਹੜੀਆਂ ਅਸੀਂ ਗੱਡੀਆਂ ਚਲਾਉਂਦੇ ਆ ਜੀ, ਇੱਕ ਗੱਡੀ ਜਿਹੜੀ 26000 ਕਿਲੋਮੀਟਰ ਐਵਰੇਜ ਸਾਈਜ਼ ਦੀ ਗੱਡੀ ਜਿਹੜੀ ਕਾਰ ਚੱਲਦੀ ਹੈ ਜੀ, ਜੇ 26000 ਮੀਲ ਚੱਲਦੀ ਹੈ ਉਹ ਮੀਲ ਜੀ, ਤੇ 1 ਏਕੜ ਦਰਖਤ ਜਿਹੜੇ ਆ ਜੀ ਉਹਨੂੰ ਸਪੋਰਟ ਕਰ ਪਾਉਂਦੇ ਆ
ਜੀ ਇੰਨੀ ਸਾਡੀ ਰਿਕੁਆਇਰਮੈਂਟ ਹੈ। ਮਤਲਬ ਰੁੱਖਾਂ ਨੂੰ ਲਾਉਣ ਦੀ ਤੁਸੀਂ ਇੰਪੋਰਟੈਂਸ ਦੇਖੋ ਹੁਣ ਤੁਸੀਂ ਜੀ ਇੰਨਾ ਮਹੱਤਵ ਹੈ ਰੁੱਖਾਂ ਨੂੰ ਲਾਉਣ ਦਾ। ਅੱਛਾ, ਜੇ ਆਪਾਂ ਇੱਕ ਗੱਲ ਫੇਰ ਹੀ ਤੁਹਾਡੇ ਨਾਲ ਦੂਸਰੀ ਜੁੜੀ ਕਰੀਏ, ਸਰਕਾਰਾਂ ਹਰ ਸਾਲ ਇੱਕ ਸੰਖਿਆ ਅਨਾਉਂਸ ਕਰਦੀਆਂ, ਅਸੀਂ ਇੰਨੇ ਪੇੜ ਲਗਾਤੇ, ਇੰਨੇ ਦਰਖਤ ਲਾਵਾਂਗੇ, ਨਾਲ ਹੀ NGO ਲਾਉਂਦੇ ਨੇ, ਪਰ ਫਿਰ ਵੀ ਨਤੀਜੇ ਜ਼ਮੀਨੀ ਪੱਧਰ ਤੇ ਜਾਈਏ ਤਾਂ ਉਹ ਗੱਲ ਉਨੀ ਮਿਲਦੀ ਨਹੀਂ ਗੀ। ਉੱਥੇ ਕੀ ਪ੍ਰੋਬਲਮ ਆ ਜਾਂਦੀ ਹੈ? ਆਮ ਤੌਰ ਤੇ ਜਿਹੜੇ NGO ਵਗੈਰਾ ਜਾਂ ਹੋਰ ਪ੍ਰਾਈਵੇਟ ਸੰਸਥਾਵਾਂ ਬੂਟੇ ਲਾਉਂਦੀਆਂ ਨਾ ਜੀ, ਉਹ ਲਾ ਕੇ ਉਹਨਾਂ ਨੂੰ ਇੱਕ ਦੋ ਵਾਰੀ ਪਾਣੀ ਪਾ ਕੇ ਉੱਥੋਂ ਚਲੇ ਜਾਂਦੇ ਆ ਜੀ। ਉਹ ਜੇ ਦੇਖੋ ਇਹ ਜਿਹੜੇ ਜਿੰਨੇ ਵੀ ਪੌਦੇ ਅਸੀਂ ਲਾਉਂਦੇ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਣਾ ਪੈਂਦਾ ਜੀ। ਜਿੰਨਾ ਚਿਰ ਅਸੀਂ ਪਾਲਦੇ ਨਹੀਂ ਇਹਨਾਂ ਨੂੰ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਜੀ। ਹੁਣ ਸਾਡਾ ਗਮਾਡਾ 'ਚ ਕੀ ਸਿਸਟਮ ਹੈ ਮੈਂ ਤੁਹਾਨੂੰ ਦੱਸਦਾ। ਅਸੀਂ ਨਾ ਉਹਨੂੰ ਰਿਕਾਰਡ ਤੇ ਚੜਾ ਲਈਦਾ ਜੀ ਬੂਟਿਆਂ ਨੂੰ। ਜੀ। ਕਿਸੇ ਸੜਕ ਦੇ ਉੱਤੇ ਜੇ 200 ਬੂਟੇ ਲੱਗੇ ਆ, ਅਸੀਂ ਰਿਕਾਰਡ ਤੇ ਚੜਾ ਲੈਣਾ ਔਰ ਉਹਨੂੰ 200 ਦਾ 200 ਮੇਨਟੇਨ ਕਰਨਾ ਜੀ। ਉਹਦੀ ਸਾਰਾ ਸਾਲ ਦੇਖਭਾਲ ਕਰਨੀ ਹੈ। ਜੇ ਕੋਈ ਪ੍ਰਾਈਵੇਟ ਏਜੰਸੀ ਅਸੀਂ ਲਾਈ ਹੈ ਤੇ ਉਹਨਾਂ ਨੂੰ ਅਸੀਂ 100 ਦਾ 100 ਹੈਂਡਓਵਰ ਕਰਨਾ ਤੇ ਮੁੜ ਕੇ ਜਦੋਂ ਉਹਨਾਂ ਦਾ ਟਾਈਮ ਖਤਮ ਹੋ ਗਿਆ ਉਹਨਾਂ ਤੋਂ 100 ਵਾਪਸ ਲੈਣਾ ਪਲਿਆ ਬੂਟਾ। ਇਹ ਸਿਸਟਮ ਅਪਣਾਉਣਾ ਚਾਹੀਦਾ ਸਾਰਿਆਂ ਨੂੰ, ਚਾਹੇ ਕੋਈ NGO ਆ। ਤੁਸੀਂ 100 ਬੂਟਾ ਨਾ ਲਾਓ ਜੀ। ਮੈਂ NGOs ਨੂੰ ਸੁਜੈਸਟ ਕਰੂੰਗਾ 100 ਬੂਟਾ ਨਾ ਲਾਓ, 10 ਲਾਓ, ਲੇਕਿਨ ਉਹਨਾਂ ਨੂੰ ਪਾਲੋ। ਇਹ ਬਹੁਤ ਜ਼ਰੂਰੀ ਹੈ। ਚਲੋ, ਮੈਂ ਆਉਣਾ ਚਾਹਾਂਗਾ ਸਰਦਾਰ ਗੰਭੀਰ ਸਿੰਘ ਜੀ ਕੋਲ। ਤੁਸੀਂ ਇੱਕ ਸੁਸਾਇਟੀ ਚਲਾਉਂਦੇ, ਵਾਤਾਵਰਨ ਸੰਭਾਲ ਸੁਸਾਇਟੀ, ਤੁਸੀਂ ਕਿਵੇਂ ਸਮਝਦੇ ਆ? ਰਾਚਵਾਲ ਸਾਹਿਬ ਨੇ ਕਿਹਾ ਹੈ ਕਿ ਉਹ ਕਿਤੇ ਨਾ ਕਿਤੇ ਜੇ ਸਰਕਾਰਾਂ ਵੀ ਉਸ ਨੂੰ ਸੰਭਾਲਣ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਜਾਂ ਕਿਤੇ ਕੋਈ ਅਣਗੌਲਿਆਪਣ ਵੀ ਰਹਿ ਜਾਂਦਾ ਹੈ। ਤੁਸੀਂ ਜੋ ਹੁਣ ਤੱਕ ਦਰਖਤ ਲਗਾਉਂਦੇ ਰਹੇ ਹੋ ਜਾਂ ਵਾਤਾਵਰਨ ਦੀ ਸੰਭਾਲ ਕਰਦੇ ਰਹੇ ਹੋ, ਉਹ ਕਿਸ ਤਰ੍ਹਾਂ ਕਰਦੇ ਹੋ? ਮੈਨੂੰ ਜੋ ਪਤਾ ਲੱਗਿਆ ਸੀਗਾ ਤੁਸੀਂ ਤੁਹਾਡਾ ਜਿਹੜਾ ਟਾਰਗੇਟ ਹੈਗਾ ਵੀ ਤੁਸੀਂ ਸਕੂਲਾਂ ਨੂੰ ਟਾਰਗੇਟ ਕੀਤਾ, ਉੱਥੇ ਪੌਦੇ ਲਗਾਉਂਦੇ ਹੋ, ਉਹ ਕਿਵੇਂ ਤਰੀਕਾ? ਤੁਸੀਂ ਸਕੂਲਾਂ ਨੂੰ ਹੀ ਕੋਈ ਟਾਰਗੇਟ ਕੀਤਾ? ਅਸੀਂ ਸਕੂਲਾਂ ਨੂੰ ਇਸ ਲਈ ਟਾਰਗੇਟ ਕੀਤਾ ਜੀ, ਇੱਕ ਤਾਂ ਉੱਥੇ ਸਾਡੇ 2-3 ਮਸਲੇ ਹੱਲ ਹੋ ਜਾਂਦੇ ਨੇ ਜੀ। ਇੱਕ ਤਾਂ ਅਸੀਂ ਜਿਹੜੀ ਛੋਟੀ ਪਨੀਰੀ ਹੈ ਸਾਡੀ, ਜਿਹਦਾ ਭਵਿੱਖ ਹਾਲੇ ਬਹੁਤ ਲੰਬਾ ਪਿਆ ਹੁੰਦਾ ਹੈ ਜੀ, ਉਹਨਾਂ ਨੂੰ ਅਸੀਂ ਐਜੂਕੇਟ ਕਰਦੇ ਹਾਂ ਵਾਤਾਵਰਨ ਤੇ ਜੀ। ਦੂਜਾ ਇਹ ਹੈ ਜੇ ਅਸੀਂ ਉਹਨਾਂ ਸਕੂਲਾਂ ਨੂੰ ਅਡਾਪਟ ਕਰਦੇ ਹਾਂ ਮੋਸਟਲੀ ਜਿੱਥੇ 4 ਦੀਵਾਰੀ ਬਣੀ ਹੁੰਦੀ ਹੈ ਜੀ, ਉੱਥੇ ਫਿਰ ਸਾਨੂੰ ਜਿਹੜੀ ਸੰਭਾਲਣ ਦੀ ਇਹਦੀ ਮਤਲਬ ਸਿਸਟਮ ਹੈ ਉਹ ਸਾਨੂੰ ਸੌਖਾ ਰਹਿੰਦਾ ਹੈ। ਉੱਥੇ ਉਜਾੜਾ ਨਹੀਂ ਹੁੰਦਾ ਦਰਖਤਾਂ ਦਾ। ਅਸੀਂ 2-3 ਮਹੀਨੇ ਬਾਅਦ ਉੱਥੇ ਗੇੜਾ ਮਾਰ ਲੈਂਦੇ ਹਾਂ ਜਿਹੜੇ ਸਕੂਲਾਂ 'ਚ ਅਸੀਂ ਪੌਦੇ ਲਾਉਂਦੇ ਹਾਂ, ਤੇ ਨਾਲੇ ਬੱਚਿਆਂ ਨੂੰ ਐਜੂਕੇਟ ਕਰਿਆ ਹੁੰਦਾ ਵਾਤਾਵਰਨ ਬਾਰੇ, ਤੇ ਨਾਲੇ ਅਸੀਂ ਉੱਥੇ ਪਾਣੀ ਪੂਣੀ ਦਾ ਪ੍ਰਬੰਧ ਦੇਖਿਆ ਹੁੰਦਾ ਵੀ ਠੀਕ ਚੱਲ ਰਿਹਾ ਹੈਗਾ ਜੀ। ਤੇ ਉਹਦੇ ਨਾਲ ਅਸੀਂ ਬੱਚਿਆਂ ਨੂੰ ਇਹ ਵੀ ਸਿੱਖਿਆ ਦਿੰਦੇ ਹਾਂ ਵੀ ਬੱਚੇ ਤੁਸੀਂ ਆਪਦੇ ਜਨਮ ਦਿਨ ਤੇ ਇੱਕ ਬੂਟਾ ਲਾਓ ਜੀ, ਔਰ ਜਿੰਨਾ ਚਿਰ ਤੁਸੀਂ ਇਸ ਸਕੂਲ 'ਚ ਰਹੋਗੇ ਜੀ ਤੁਸੀਂ ਉਹਦੀ ਸੰਭਾਲ ਕਰਨੀ ਹੈ। ਇਸ ਤਰ੍ਹਾਂ ਇਹ ਸੈਂਕੜੇ ਜਿਹੜੇ ਬੂਟੇ ਨੇ ਉਹ ਆਪਦੇ ਆਪ ਹੀ ਪੜਦੇ ਰਹਿੰਦੇ ਨੇ ਥੋੜੀ ਜਿਹੀ ਮਿਹਨਤ ਨਾਲ। ਹੁਣ ਜੇ ਅਸੀਂ ਫਰਜ਼ ਕਰੋ ਖੁੱਲਿਆਂ 'ਚ ਕਿਤੇ ਲਾਉਂਦੇ ਹਾਂ ਦਰਖਤ, ਉੱਥੇ ਤਾਂ ਉਹਨਾਂ ਨੇ ਉੱਜੜ ਜਾਣਾ ਹੀ ਹੁੰਦਾ ਹੈਗਾ ਲਗਭਗ। ਇਸੇ ਲਈ ਜਿਹੜਾ ਅਸੀਂ ਕਈ ਵਾਰੀ ਰਿਸਰਚ ਕੀਤੀ ਹੈ, ਜੰਗਲਾਤ ਮਹਿਕਮੇ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਦਰਖਤ ਲਾਉਂਦੇ ਹੋ ਇਹ ਕਿੰਨੇ ਤੁਹਾਡੇ ਮਤਲਬ ਸਿਰੇ ਲੱਗ ਜਾਂਦੇ ਨੇ। ਉਹਨਾਂ ਨੇ ਆਪਦੀ ਗਿਣਤੀ ਦੱਸੀ ਸਿਰਫ 15%, ਮਤਲਬ 85% ਹੈ ਜਿਹੜੇ ਉਹਨਾਂ ਦੇ ਖਤਮ ਹੋ ਜਾਂਦੇ ਨੇ। ਜਿਹੜੇ ਅਸੀਂ ਦਰਖਤ ਲਾਉਂਦੇ ਹਾਂ ਸਾਡੇ ਲਗਭਗ ਮੋਰ ਦੈਨ 60% ਸਾਡੀ ਜਿਹੜੀ ਕਾਰਗੁਜ਼ਾਰੀ ਵਧੀਆ ਰਹਿੰਦੀ ਹੈ। ਸਾਡੇ ਲਾਏ ਹੋਏ ਜਿੱਦਾਂ ਦੀ ਅਸੀਂ ਸੁਸਾਇਟੀ ਬਣਾਈ ਹੈ 2-2.5 ਹਜ਼ਾਰ ਦਰਖਤ ਲਾਤਾ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਲਗਭਗ 1800-2000 ਦੇ ਨੇੜੇ ਦਰਖਤ ਉਹ ਪਲ ਰਹੇ ਨੇ, ਉਹ ਆਪਦੀ ਸ਼ਾਨ ਦੇ ਰਹੇ ਨੇ, ਵਾਤਾਵਰਨ ਨੂੰ ਸ਼ੁੱਧ ਰੱਖ ਰਹੇ ਨੇ। ਚਲੋ, ਤੁਸੀਂ ਸਕੂਲਾਂ ਦੀ ਗੱਲ ਕੀਤੀ, ਮੈਂ ਹੁਣ ਆਉਣਾ ਚਾਹਾਂਗਾ ਸੁਰਿੰਦਰ ਬਾਗਾ ਜੀ ਕੋਲੇ। ਤੁਸੀਂ ਵਾਸਤੂ ਕਲਾ ਦੇ ਮਾਹਿਰ ਹੋ। ਘਰ ਇਨਸਾਨ ਦੀ ਪਹਿਲੀ ਲੋੜ ਹੈ, ਉੱਥੇ ਉਹ ਸਾਰੀ ਉਮਰ ਗੁਜ਼ਾਰਦਾ ਹੈ, ਪਰ ਵਾਤਾਵਰਨ ਦੀ ਗੱਲ ਜੋ ਉੱਥੋਂ ਹੀ ਸ਼ੁਰੂ ਕੀਤੀ ਜਾਵੇ ਜਾਂ ਕਿਹੜੇ ਤਰੀਕੇ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਜਾਂ ਕੀ ਉਹਦੇ ਪ੍ਰਤੀ ਯੋਜਨਾਬੰਦੀ ਹੋਣੀ ਚਾਹੀਦੀ? ਦੇਖੋ, ਜਦੋਂ ਆਪਾਂ ਘਰਾਂ ਦੀ ਉਸਾਰੀ ਕਰਦੇ ਹਾਂ ਸਭ ਤੋਂ ਪਹਿਲਾਂ ਉਹਦਾ ਪਲੈਨਿੰਗ ਪਾਰਟ ਆਉਂਦਾ, ਜਦੋਂ ਉਹਦਾ ਘਰ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਜੀ। ਜੇ ਆਪਾਂ ਬਹੁਤ ਸਾਰੇ ਸਟੈਪ ਡਿਜ਼ਾਈਨ ਸਟੇਜ ਦੇ ਉੱਤੇ ਹੀ ਲੈ ਲਈਏ ਤਾਂ ਮੈਨੂੰ ਲੱਗਦਾ ਕਿ ਅਸੀਂ ਕਾਫੀ ਜ਼ਿਆਦਾ ਉਹਨੂੰ ਵਾਤਾਵਰਨ ਦੇ ਉੱਤੇ ਅਸੀਂ ਇੱਕ ਅੱਛਾ ਅਸਰ ਪਾ ਸਕਦੇ ਹਾਂ। ਜਿੱਦਾਂ ਅਸੀਂ ਦੇਖਿਆ ਕਿ ਅੱਜ ਕੱਲ੍ਹ ਇੱਕ ਚਲਨ ਹੋ ਗਿਆ ਕਿ ਬਹੁਤ ਵੱਡੇ ਸ਼ੀਸ਼ੇ ਦਾ ਇਸਤੇਮਾਲ ਕੀਤਾ ਜਾਂਦਾ ਜੀ। ਜਿੰਨਾ ਜ਼ਿਆਦਾ ਅਸੀਂ ਸ਼ੀਸ਼ਾ ਲਗਾਉਂਦੇ ਹਾਂ ਓਨੀ ਜ਼ਿਆਦਾ ਅੰਦਰ ਗਰਮੀ ਆਉਂਦੀ ਹੈ। ਜਿੰਨੀ ਜ਼ਿਆਦਾ ਅੰਦਰ ਗਰਮੀ ਆਏਗੀ ਓਨਾ ਜ਼ਿਆਦਾ AC ਚੱਲੇਗਾ ਜੀ, ਓਨੀ ਜ਼ਿਆਦਾ ਬਿਜਲੀ ਦੀ ਖਪਤ ਜ਼ਿਆਦਾ ਹੋਏਗੀ, ਓਨਾ ਹੀ ਵਾਤਾਵਰਨ ਨੂੰ ਜ਼ਿਆਦਾ ਨੁਕਸਾਨ ਹੋਏਗਾ। ਤੇ ਅਸੀਂ ਇੱਦਾਂ ਦਾ
ਵਿਚਾਰ ਰੱਖਦੇ ਹਾਂ ਵੀ ਸ਼ੀਸ਼ਾ ਓਨਾ ਹੀ ਲਾਓ ਜਿੰਨੀ ਲੋੜੀਂਦੀ ਲਾਈਟ ਅੰਦਰ ਚਲੋ ਚਾਹੀਦੀ ਮੈਂ ਆ। ਤੁਹਾਡੇ ਨਾਲ ਕੁਝ ਗੱਲਾਂ ਐਡ ਕਰਨਾ ਚਾਹੁੰਦਾ ਜੀ। ਜੇ ਆਪਾਂ ਇੱਕ ਘਰ ਦੀ ਵਿਉਂਤਬੰਦੀ ਕਰਦੇ ਹਾਂ, ਇਹ ਸ਼ੀਸ਼ਾ ਤੁਸੀਂ ਰੌਸ਼ਨੀ ਦੀ ਗੱਲ ਕਰਦੇ ਆ ਜਾਂ ਆਪਾਂ ਗ੍ਰੀਨਰੀ ਦੀ ਗੱਲ ਕਰੀਏ, ਉਹ ਕਿੰਨੇ ਫੀਸਦੀ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਲਾਉਣਾ ਚਾਹੀਦਾ? ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਹੋਣਾ ਚਾਹੀਦਾ? ਜਿਵੇਂ ਅੱਜ ਕੱਲ ਗੱਲ ਚੱਲ ਰਹੀ ਹੈ ਕਿ ਪਾਣੀ ਜਿਹੜਾ ਟਰਸ਼ਰੀ ਵਾਟਰ ਦੀ ਗੱਲ ਚੱਲ ਰਹੀ ਹੈ ਕਿ ਫਲਸ਼ਿੰਗ ਦੇ ਵਿੱਚ ਉਹ ਚੀਜ਼ਾਂ ਯੂਜ਼ ਕੀਤੀਆਂ ਜਾਣ, ਇਸ ਤਰ੍ਹਾਂ ਦਾ ਕੁਝ ਨਵੀਂ ਯੋਜਨਾਬੰਦੀ ਤੁਸੀਂ ਐਡ ਕਰ? ਅੱਜ ਕੱਲ ਜਿਹੜੇ ਵੱਡੇ ਪ੍ਰੋਜੈਕਟ ਆ, ਖਾਸ ਕਰਕੇ ਹਾਊਸਿੰਗ ਦੇ ਪ੍ਰੋਜੈਕਟ ਆ ਜਿਹੜੇ, ਉਹਨਾਂ ਦੇ ਵਿੱਚ ਡਬਲ ਪਲੰਬਿੰਗ ਸਿਸਟਮ ਚੱਲ ਪਿਆ ਜੀ। ਡਬਲ ਪਲੰਬਿੰਗ ਦੇ ਵਿੱਚ ਇਹ ਆ ਕਿ ਜਿਹੜਾ ਵੇਸਟ ਵਾਟਰ ਆ ਉਹ ਘਰ ਦੇ ਅੰਦਰ ਹੀ ਸਰਕੂਲੇਟ ਹੋ ਜਾਂਦਾ। ਜਿੱਦਾਂ ਕਿਚਨ ਦਾ ਪਾਣੀ ਆ, ਉਹਨੂੰ ਉਹ ਲਾਉਣ ਵਾਸਤੇ, ਇਰੀਗੇਸ਼ਨ ਵਾਸਤੇ ਉਹਨੂੰ ਉੱਥੇ ਹੀ ਗੁੜਗਾਉਂ ਵਗੈਰਾ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈਗਾ ਜੀ। ਮਤਲਬ ਉਹ ਪਾਈਪਾਂ ਨੂੰ ਇਦਾਂ ਪਾਇਆ ਜਾਂਦਾ ਵੀ ਉਹ ਵੇਸਟ ਪਾਣੀ ਜਿਹੜਾ ਉਹ ਲਾਉਣ ਨੂੰ ਦੇ ਦਿੱਤਾ ਜਾਂਦਾ ਜਾਂ ਬਾਹਰ ਦਰਖਤਾਂ ਨੂੰ ਦੇ ਦਿੱਤਾ ਜਾਂਦਾ, ਬਜਾਏ ਕਿ ਉਹ ਪਹਿਲੇ ਸੀਵਰ 'ਚ ਜਾਏਗਾ ਤੇ ਫਿਰ ਉਹ ਵੇਸਟ ਹੋਏਗਾ। ਇਸੇ ਤਰੀਕੇ ਨਾਲ ਇਹ ਪਾਣੀ ਦਾ ਹੋ ਗਿਆ। ਫਿਰ ਛੱਤਾਂ ਦੇ ਉੱਤੇ ਆਪਾਂ ਸੂਰਜ ਦੀ ਪੈਨਲ ਲਗਾਉਂਦੇ ਆ, ਜਿਹੜੇ ਸੂਰਜ ਦੀ ਬਿਜਲੀ ਬਣਾਉਣ ਵਾਸਤੇ, ਉਹਨਾਂ ਦਾ ਬੜਾ ਫਾਇਦਾ ਆ। ਸੋਲਰ ਸਿਸਟਮ ਦੀ ਗੱਲ ਕਰ? ਸੋਲਰ ਸਿਸਟਮ ਦੀ। ਹੁਣ ਚੰਡੀਗੜ੍ਹ ਦੇ ਵਿੱਚ ਮੈਂ ਦੱਸ ਰਿਹਾ ਸੀ ਵੀ 1 ਕਨਾਲ ਤੋਂ ਵੱਧ ਜਿਹੜਾ ਕੋਈ ਵੀ ਪਲਾਟ ਹੋਵੇ ਉਹਦੇ ਉੱਤੇ ਸੋਲਰ ਸਿਸਟਮ ਲਗਾਉਣਾ ਕੰਪਲਸਰੀ ਹੋ ਗਿਆ ਹੈ ਤੇ ਉਹਦੇ ਨਾਲ ਕਾਫੀ ਜ਼ਿਆਦਾ ਬਿਜਲੀ ਦੀ ਬਚਤ ਹੁੰਦੀ ਹੈ। ਪੰਜਾਬ ਦੀ ਜੇ ਗੱਲ ਕਰੀਏ, ਪੇਡਾ ਇੱਕ ਖਾਸ ਤੌਰ ਤੇ ਕੰਮ ਕਰ ਰਹੀ ਹੈ ਇਸੇ ਵਿਸ਼ੇ ਤੇ, ਉਹਦਾ ਇੱਕ ਖਾਸ ਕਈ ਪ੍ਰੋਜੈਕਟ ਵੀ ਨੇ, ਉਹਦੇ ਵਿੱਚ ਤੁਸੀਂ ਕੁਝ ਦੱਸੋ। ਪੰਜਾਬ ਦੇ ਵਿੱਚ ਪੇਡਾ ਦਾ ਮੈਂ ਹੁਣੇ ਕੱਲ ਪਰਸੋਂ ਹੀ ਕਿਤੇ ਕਿਸੇ ਜਗ੍ਹਾ ਤੋਂ ਮੈਨੂੰ ਪਤਾ ਲੱਗਿਆ ਕਿ ਪੰਜਾਬ 'ਚ ਜਿੰਨੇ ਵੀ ਸਕੂਲ ਆ ਜੀ, ਉਹਨਾਂ ਸਾਰੇ ਸਕੂਲਾਂ ਦੇ ਉੱਤੇ ਪੇਡਾ ਨੇ ਕੋਈ ਯੋਜਨਾ ਬਣਾਈ ਆ ਜਾਂ ਪੰਜਾਬ ਬਿਜਲੀ ਬੋਰਡ ਦੇ ਨਾਲ ਰਲ ਕੇ ਕਿ ਉਹਨਾਂ ਦੇ ਉੱਤੇ ਸੋਲਰ ਸਿਸਟਮ ਲੱਗ ਰਹੇ ਆ ਜੀ, ਸਾਰੇ ਸਕੂਲਾਂ ਦੇ ਉੱਤੇ। ਮੈਂ ਸਮਝਦਾ ਕਿ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ। ਮੈਂ ਹੁਣ ਚਾਹਾਂਗਾ ਲੱਛਵਾਲ ਜੀ ਕੋਲੇ, ਗਮਾਡਾ ਤੁਸੀਂ ਵੀ ਰਿਹਾਇਸ਼ੀ ਕਲੋਨੀਆਂ ਕੱਟਦੇ ਹੋ, ਉਹਦੇ ਵਿੱਚ ਕੋਈ ਇਸ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਸਰਕਾਰ ਦੀਆਂ ਹੈਗੀਆਂ ਨੇ ਜਿਹੜੀਆਂ ਮੈਂਡੇਟਰੀ ਹੋਣ? ਹਾਂਜੀ, ਸਾਡੇ ਜਿਹੜੇ ਬਿਲਡਿੰਗ ਰੂਲ ਆ ਨਾ ਜੀ, ਉਹਦੇ ਵਿੱਚ ਜੇ ਕਿਸੇ ਦਾ ਪਲਾਟ ਆ ਜਿਹੜਾ ਜੀ 60 ਸਕੁਅਰ ਮੀਟਰ ਤੋਂ 100 ਸਕੁਅਰ ਮੀਟਰ ਤੱਕ ਹੈ, ਉਹਨੂੰ ਇੱਕ ਦਰਖਤ ਲਾਉਣਾ ਕੰਪਲਸਰੀ ਹੈ ਜੀ। ਔਰ ਉਹ ਤੋਂ ਜਿੰਨੇ ਵੱਡਾ ਪਲਾਟ ਹੋਈ ਜਾਊਗਾ, ਜਿੰਨਾ 100 ਸਕੁਅਰ ਮੀਟਰ ਐਡ ਕਰੀ ਜਾਓਗੇ ਉਹਨਾਂ ਇੱਕ ਦਰਖਤ ਐਡ ਹੋਈ ਜਾਂਦਾ ਜੀ। ਜੇ 200 ਸਕੁਅਰ ਮੀਟਰ ਦਾ ਤੇ 2 ਲਾਉਣੇ ਪੈਣਗੇ, 300 ਸਕੁਅਰ ਮੀਟਰ ਦਾ 3 ਲਾਉਣੇ ਪੈਣਗੇ। ਇਸੇ ਤਰ੍ਹਾਂ ਹੀ ਜੀ, ਜਿਹੜੀ ਗਰੁੱਪ ਹਾਊਸਿੰਗ ਕੋਈ ਸਕੀਮ ਹੈ ਜੀ, ਉਹਦੇ ਵਿੱਚ 25% ਏਰੀਆ ਗ੍ਰੀਨ ਰੱਖਿਆ ਜਾਣਾ ਹੈ, ਜਿਹਦੇ ਵਿੱਚੋਂ 15% ਆਰਗੇਨਾਈਜ਼ਡ ਗ੍ਰੀਨ, ਜਿਹਨੂੰ ਪਾਰਕਾਂ ਕਹਿੰਦੇ ਅਸੀਂ, ਜੀ, ਉਹ ਹੋਣਾ ਚਾਹੀਦਾ ਹੈ ਜੀ। ਇਦਾਂ ਹੀ ਇੰਸਟੀਟਿਊਸ਼ਨਲ ਬਿਲਡਿੰਗਸ ਹੈ, ਉਹਦਾ ਵੀ 15% ਜ਼ਰੂਰ ਮਤਲਬ ਕੰਪਲਸਰੀ ਕੀਤਾ ਹੋਇਆ। ਉਹ ਚੈੱਕ ਕਰਦੇ ਆ ਸਾਡੇ ਬੰਦੇ ਜਾ ਕੇ, ਅਦਰਵਾਈਜ਼ ਉਹਦਾ ਪਲਾਨ ਨਹੀਂ ਪਾਸ ਹੁੰਦਾ। ਪਹਿਲਾਂ ਨਕਸ਼ੇ 'ਚ ਪਾਸ ਕਰਨ ਲੱਗੇ ਵੀ ਪਲਾਨ ਵੇਲੇ ਵੀ ਉਹਨੂੰ ਇਦਾਂ ਪਾਸ ਕਰਕੇ ਦੇਈਦਾ, ਤੇ ਫਿਰ ਜਦੋਂ ਚੈੱਕ ਕਰਨੀ ਉਹਦੀ ਕੰਪਲੀਸ਼ਨ ਵਗੈਰਾ ਜੀ, ਉਦੋਂ ਉਹ ਚੀਜ਼ ਚੈੱਕ ਕਰਕੇ ਫਿਰ ਕੰਪਲੀਸ਼ਨ ਦੇਣੀ ਹੈ। ਅੱਛਾ, ਇਹ ਤੋਂ ਇਲਾਵਾ ਜੀ, ਇਹ ਤਾਂ ਹੋ ਗਈ ਬੂਟਿਆਂ ਦੀ ਗੱਲ। ਜੀ, ਜੀ, ਜਿਹੜਾ ਗਰਾਊਂਡ ਵਾਟਰ ਹੈ ਹਾਂਜੀ, ਉਹਨੂੰ ਰੀਚਾਰਜ ਕਰਨ ਵਾਸਤੇ ਵੀ ਸਾਡੀ ਬਿਲਡਿੰਗ ਰੂਲ 'ਚ ਪ੍ਰੋਵੀਜ਼ਨ ਹੈਗੀ ਆ ਜੀ। ਜਿੱਦਾਂ ਜਿਹੜੇ ਕਮਰਸ਼ੀਅਲ ਬਿਲਡਿੰਗਸ ਹੈ, ਉਹ ਜੇ 100 ਸਕੁਅਰ ਮੀਟਰ ਦੀ ਹੈ ਬਿਲਡਿੰਗ, ਉਹਨੂੰ ਕੰਪਲਸਰੀ ਕੀਤਾ ਹੋਇਆ ਵਾਟਰ ਰੀਚਾਰਜ ਪੁਆਇੰਟ ਲਾਉਣ ਵਾਸਤੇ। ਰੈਜ਼ੀਡੈਂਸ਼ੀਅਲ, ਇੰਸਟੀਟਿਊਸ਼ਨਲ, ਇਹ ਸਾਰੇ ਜਿਹੜੇ ਆ ਇਹ 250 ਸਕੁਅਰ ਮੀਟਰ ਦੇ ਏਰੀਏ ਦੇ ਸਾਈਜ਼ ਦੇ ਜੇ ਹੈਗੇ ਆ ਤੇ ਉਹਨਾਂ ਲਈ ਕੰਪਲਸਰੀ ਇਹ ਕੀਤਾ ਹੋਇਆ। ਅੱਛਾ, ਹਾਂਜੀ। ਗਰਾਊਂਡ ਵਾਟਰ ਦੀ ਇੱਕ ਹੋਰ ਵੀ ਸਮੱਸਿਆ ਚੱਲ ਰਹੀ ਪੰਜਾਬ ਦੇ ਵਿੱਚ। ਵਿਸ਼ਵ ਪੱਧਰ ਦੀ ਇੱਕ ਬਹੁਤ ਵੱਡੀ ਸੰਸਥਾ ਨਾਸਾ ਨੇ ਕਾਫੀ ਚਿਰ ਪਹਿਲਾਂ ਐਲਾਨ ਵੀ ਦਿੱਤਾ ਸੀ ਵੀ ਜੇ ਇਹ ਪੰਜਾਬ ਦਾ ਜਿਹੜਾ ਜ਼ਮੀਨੀ ਪੱਧਰੀ ਪਾਣੀ ਹੈ, ਜਿਸ ਪੱਧਰ ਨਾਲ 2.5 ਤੋਂ 2 ਤੋਂ 2.5 ਫੁੱਟ ਨੀਚੇ ਜਾ ਰਿਹਾ ਹਰ ਸਾਲ, ਤੇ ਜੇ ਇੱਕ ਸਮਾਂ ਇਹ ਆ ਜਾਏਗਾ ਕਿ ਚਾਰ ਕੁ ਦਹਾਕਿਆਂ ਬਾਅਦ ਰੇਗਿਸਤਾਨ ਵਰਗੀ ਸਥਿਤੀ ਬਣ ਜਾਣੀ ਹੈ, ਉਹਦੇ ਪ੍ਰਤੀ ਕੋਈ ਸਰਕਾਰ ਦੀ ਕੋਈ ਹੈ ਪਾਲਿਸੀ ਤੁਹਾਡੇ? ਦੇਖੋ, ਸਰਕਾਰ ਨੇ ਪਾਲਿਸੀਆਂ ਤਾਂ ਕਾਫੀ ਬਣਾਈਆਂ ਹੋਣਗੀਆਂ, ਵੀ ਹੈ ਵੀ ਹੈ ਜੀ, ਜੀ, ਲੇਕਿਨ ਜਿਹੜੀਆਂ ਇਹਦੇ ਵਿੱਚੋਂ ਮੇਨ ਪਾਲਿਸੀਜ਼, ਮੈਂ ਥੋੜਾ ਐਡ ਕਰਨਾ ਚਾਹਾਂ, ਵੈਟਲੈਂਡ ਇਹਦੇ ਨਾਲ ਸਪੋਰਟੇਬਲ ਨਹੀਂ ਹੈ। ਜਿਹੜੀ ਵੈਟਲੈਂਡ ਜਿਹੜੀਆਂ ਸ਼ਨਾਖਤ ਕੀਤੀਆਂ ਜਾ ਰਹੀਆਂ ਨੇ, ਜਿਵੇਂ ਆਪਣੇ ਪਿੰਡਾਂ ਦੇ ਛੱਪੜ ਹੁੰਦੇ ਸੀ ਜਾਂ ਜਿੱਥੇ ਪਾਣੀ ਖੜਿਆ ਜਾਂਦਾ ਸੀ, ਉਹ ਇੱਕ ਖਾਸ ਸਪੋਰਟੇਬਲ ਹੈ ਚੀਜ਼ ਇਹਦੇ ਵਿੱਚ ਨਹੀਂ ਉਹ ਜਾਂ ਕੋਈ ਹੋਰ ਵਿਧੀ ਦੀ ਗੱਲ ਕਰੀਏ? ਹਾਂਜੀ, ਮੈਂ ਤੁਹਾਨੂੰ ਇਹਦੇ ਵਿੱਚ 2 ਸਕੀਮਾਂ ਜਿਹੜੀਆਂ ਮੇਨ ਪ੍ਰੈਕਟੀਕਲੀ ਵਰਕ ਕਰ ਰਹੀਆਂ। ਇੱਕ ਤਾਂ ਬਿਲਡਿੰਗ ਰੂਲ ਜਿਹੜੇ ਆ ਜੀ, ਉਹਦੇ ਵਿੱਚ ਰੀਚਾਰਜ ਪੁਆਇੰਟ ਬਣਾਉਣ ਵਾਸਤੇ ਹੁਣ ਇਨੀਸ਼ੀਏਸ਼ਨ ਜ਼ਿਆਦਾ ਹੋਈ ਹੈ ਕਿ ਪਹਿਲਾਂ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਨੇ ਪੰਜਾਬ ਨੂੰ ਕਿਹਾ ਸੀ ਵੀ ਤੁਸੀਂ ਛੋਟੇ ਯੂਨਿਟ ਘਰਾਂ ਦੇ ਸਾਰੇ ਵਿੱਚੇ ਪਾ ਕੇ 455 ਜੀ,
4,55,000 ਯੂਨਿਟ ਬਣਾਓ। ਹਾਂਜੀ। ਹਜੇ ਤੱਕ ਪੰਜਾਬ 'ਚ 500 ਵੀ ਹੈ ਨਹੀਂਗੇ ਅੱਛਾ ਜੀ। ਬਣੇ ਸੀਗੇ ਜਿਹੜੇ ਅੱਛਾ ਜੀ। ਪਿਛਲੇ ਸਮੇਂ ਦੌਰਾਨ। ਹੁਣ ਬਣ ਰਹੇ ਆ, ਹੁਣ ਨਵੇਂ ਬਿਲਡਿੰਗ ਰੂਲ ਪਾਸ ਹੋਣ ਤੇ ਹੁਣ ਬਣ ਰਹੇ ਆ। ਇੱਕ ਤਾਂ ਇਹਦੇ ਵਿੱਚ ਕੰਪਲਸਰੀ ਕਰ ਦਿੱਤਾ, ਇਹ ਇੱਕ ਸਰਕਾਰ ਦੀ ਚੰਗੀ ਪਾਲਿਸੀ ਹੈ ਜਿਹੜੀ ਪ੍ਰੈਕਟੀਕਲੀ ਇੰਪਲੀਮੈਂਟ ਹੋ ਰਹੀ ਹੈ। ਦੂਜਾ, ਇੱਕ ਪੰਜਾਬ ਸਰਕਾਰ ਨੇ, ਤੁਹਾਨੂੰ ਪਤਾ ਹੋਣਾ ਕਿ ਝੋਨੇ ਦੀ ਬਿਜਾਈ ਜਿਹੜੀ ਹੈ ਜੀ, ਉਹ ਥੋੜੀ ਜਿਹੀ ਅੱਗੇ ਕਰਨੇ ਨੂੰ, ਮਤਲਬ ਪਛੇਤੀ ਬਿਜਾਈ ਕਰਨ ਲਈ ਲੋਕਾਂ ਨੂੰ ਬਾਉਂਡ ਕੀਤਾ ਜੀ, ਅਗੇਤੀ ਬੰਦ ਕਰ ਦਿੱਤੀ ਹੈ। ਉਹਦੇ ਨਾਲ 20 ਤੋਂ 25% ਪਾਣੀ ਦੀ ਬਚਤ ਹੋ ਜਾਂਦੀ ਹੈ ਝੋਨੇ ਵਾਸਤੇ। ਚਲੋ ਇਹ ਤਾਂ ਬੱਚਤ ਦੀ ਗੱਲ ਨਹੀਂ, ਪਰ ਇੱਕ ਮਾਮਲਾ ਸਾਹਮਣੇ ਆਇਆ ਸਾਡੇ ਸਟੂਡੀਓ 'ਚ ਵੀ ਬੋਲ ਕੇ ਗਏ ਨੇ। ਉਹ ਕਹਿੰਦੇ ਨੇ ਵੀ ਜਿਹੜੀ ਪਾਲਿਸੀਆਂ ਨੇ ਕੁਝ ਸਰਕਾਰ ਦੀਆਂ, ਉਹ ਐਸੀਆਂ ਨੇ ਕਿ ਉਹ ਜਿਹੜਾ ਜ਼ਮੀਨੀ ਪੱਧਰ ਦਾ ਪਾਣੀ ਹੈ ਉਸ ਨੂੰ ਹੋਰ ਥੱਲੇ ਲਿਜਾ ਰਹੀਆਂ ਨੇ। ਜਿਵੇਂ ਕਿ ਮੁਫਤ ਬਿਜਲੀ ਦੀ ਪਾਲਿਸੀ ਹੋ ਗਈ, ਜਾਂ ਇੱਕ ਸਫੈਦੇ ਦੀ ਕਾਸ਼ਤ ਕੀਤੀ ਜਾਂਦੀ ਹੈ ਆਪਣੇ, ਉਸ ਨੂੰ ਵੀ ਹੰਗਰੀ ਟਰੀ ਮੰਨਿਆ ਜਾਂਦਾ ਹੈ। ਉਸ ਤੇ ਵੀ ਰੋਕ ਲਾਈ ਸੀ, ਪਰ ਸਰਕਾਰਾਂ ਉਹ 'ਤੇ ਗੌਰ ਨਹੀਂ ਦੇ ਰਹੀਆਂ। ਹਜੇ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ। ਇੱਦਾਂ ਜੀ, ਦੇਖੋ ਸਰਕਾਰ, ਇੱਕ ਤਾਂ ਜਿਹੜਾ ਝੋਨਾ ਆ, ਮੰਨ ਲਓ ਝੋਨਾ ਆ, ਜੀ ਜੀ, 1 ਕਿਲੋ ਝੋਨਾ ਪੈਦਾ ਕਰਨ ਵਾਸਤੇ 5000 ਲੀਟਰ ਪਾਣੀ ਲੱਗਦਾ ਹੈ। 1 ਕਿਲੋ ਝੋਨਾ? ਹਾਂਜੀ ਜੀ, 5000 ਲੀਟਰ ਪਾਣੀ। ਉਹਦੇ ਨਾਲ ਝੋਨੇ ਤੇ ਇੱਕ ਫ੍ਰੀ ਬਿਜਲੀ ਦੀ ਵੈਲਿਊ ਵੀ ਪਾਣੀ ਚਲਾਉਣ ਵਾਸਤੇ ਡਬਲ ਹੋ ਜਾਂਦਾ ਕੰਮ। ਹਾਂ, ਪ੍ਰੋਬਲਮ ਹੁਣ ਇਹ ਹੈ ਕਿ ਇਹ ਪੋਲੀਟੀਕਲ ਇਸ਼ੂ ਹੈ ਹਾਂਜੀ, ਕਿ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣੀ ਹੈ। ਹਾਂਜੀ, ਕਿਸਾਨਾਂ ਨੂੰ ਬਿਜਲੀ ਕਿਉਂ ਫ੍ਰੀ ਦੇਣੀ ਹੈ ਜੀ? ਇਹਨੂੰ ਮੀਟਰਡ ਕਰੋ ਜੀ, ਕਿਸਾਨਾਂ ਨੂੰ ਇਸ ਚੀਜ਼ ਦੇ ਸਮਰੱਥ ਬਣਾਓ ਕਿ ਉਹ ਬਿਜਲੀ ਦਾ ਬਿੱਲ ਪੇ ਕਰ ਸਕਣ। ਜੀ, ਠੀਕ ਹੈ, ਰਵਾਇਤੀ ਚੱਕਰ ਚੋਂ ਕੱਢੋ ਜੀ। ਉਹਦਾ ਗੱਲਾਂ ਕਰੀ ਜਾਂਦੇ ਆ ਸਾਰੇ, ਰਵਾਇਤੀ ਚੱਕਰ ਕੱਢਣ ਨਾਲੋਂ ਦੇਖੋ ਦੋ ਚੀਜ਼ਾਂ ਦਾ ਸਮਰਥਨ ਮੁੱਲ ਦਿੰਦੇ ਆ ਆਪਾਂ। ਜੀ ਜੀ, ਕਿਸਾਨ ਉਹੀ ਪੈਦਾ ਕਰੂਗਾ, ਉਹਨਾਂ ਦੀ ਮਜਬੂਰੀ ਆ ਵਿਚਾਰਿਆਂ ਦੀ। ਜੀ, ਘੱਟ ਪਾਣੀ ਕੰਜ਼ਿਊਮ ਕਰਨ ਵਾਲੀਆਂ ਫਸਲਾਂ ਕਿਸਾਨ ਤਾਂ ਲਗਾਊਗਾ ਜੇ ਉਹਨਾਂ ਨੂੰ ਅੱਗੇ ਉਹਦੀ ਮਾਰਕੀਟਿੰਗ ਦਿਸਦੀ ਹੋਵੇ। ਠੀਕ ਹੈ, ਉਸ ਐਂਡ ਤੋਂ ਤਾਂ ਅਸੀਂ ਕੰਮ ਨਹੀਂ ਕਰ ਰਹੇ। ਇਸ ਕਰਕੇ ਇਹ 'ਚ ਪ੍ਰੈਕਟੀਕਲੀ ਕਾਫੀ ਕੁਝ ਕਰਨ ਦੀ ਲੋੜ ਹੈ। ਜਿਹੜਾ ਪਾਣੀ ਦੇਖੋ 50,362 ਸਕੁਅਰ ਕਿਲੋਮੀਟਰ ਏਰੀਆ ਪੰਜਾਬ ਦਾ, ਜੀ, ਇਹ ਪੂਰੇ ਇੰਡੀਆ ਦਾ 1.57% ਬਣਦਾ। ਜੀ, ਲੇਕਿਨ ਸੈਂਟਰਲ ਪੂਲ ਦੇ ਵਿੱਚ ਜੀ, ਅਸੀਂ 36% ਝੋਨਾ ਦੇ ਰਹੇ ਹਾਂ, ਜੀ, 56% ਕਣਕ ਦੇ ਰਹੇ ਹਾਂ ਪੰਜਾਬ ਚੋਂ, ਇਕੱਲੇ ਚੋਂ। ਜੀ, ਇਹ ਰਵਾਇਤੀ ਫਸਲਾਂ ਅਸੀਂ ਉਗਾ ਰਹੇ ਹਾਂ। ਜੀ, ਇਹ ਰਵਾਇਤੀ ਫਸਲਾਂ ਦੇ ਚੱਕਰ ਚੋਂ ਜੇ ਕੱਢਣਾ ਤੇ ਉਹਨਾਂ ਫਸਲਾਂ ਨੂੰ ਸਪੋਰਟ ਵੀ ਕਰਨਾ ਪੈਣਾ ਗਵਰਨਮੈਂਟ ਨੂੰ। ਇਹ ਗਵਰਨਮੈਂਟ ਦਾ ਥੋੜਾ ਜਿਹਾ ਡਰਾਬੈਕ ਹੈਗਾ। ਯਾਨੀ ਕਿ ਫਸਲਾਂ 'ਚ ਵਿਭਿੰਨਤਾ ਚਾਹੀਦੀ ਹੈ। ਹਾਂਜੀ, ਵਿਭਿੰਨਤਾ ਚਾਹੀਦੀ ਹੈ। ਜੀ ਜੀ, ਜੀ, ਇਹ ਫਸਲੀ ਚੱਕਰ ਜਿਹੜਾ ਇਹਨੂੰ ਬਦਲਣ ਦੀ ਲੋੜ ਹੈ। ਅੱਛਾ, ਇਹਦੇ ਤੋਂ ਸ਼ਹਿਰੀ ਏਰੀਆ ਵੀ ਜਿਹੜਾ ਉਹ ਸੁਰਖਰੂ ਨਹੀਂ ਕਰ ਸਕਦੇ ਆਪਾਂ। ਵੇਸਟੇਜ ਸ਼ਹਿਰਾਂ 'ਚ ਵੀ ਬਹੁਤ ਹੈ ਪਾਣੀ ਦੀ। ਜੀ, ਬਿਨਾਂ ਮਤਲਬ ਤੋਂ ਹਰ ਇੱਕ ਜਗ੍ਹਾ ਦੇਖੋ, ਇਜ਼ਰਾਈਲ ਹੈ। ਇਜ਼ਰਾਈਲ ਇੱਕ ਇਦਾਂ ਦਾ ਦੇਸ਼ ਹੈ ਜਿਹੜਾ ਬੜਾ ਐਡਵਾਂਸ ਹੈ, ਲੇਕਿਨ ਉੱਥੇ ਪਾਣੀ ਦੀ ਘਾਟ ਹੈ। ਉਹਨਾਂ ਨੇ ਕੋਟਾ ਫਿਕਸ ਕੀਤਾ ਹੋਇਆ। ਜੀ, ਉਹ ਕੋਟਾ ਉਹਨਾਂ ਨੂੰ ਉਹਨਾਂ ਪਾਣੀ ਦੇ ਦਿੰਦੇ ਆ। ਮੰਨ ਲਓ 150 ਲੀਟਰ ਇੱਕ ਬੰਦੇ ਨੂੰ ਦੇਣਾ, ਉਹਨਾਂ ਨੇ 150 ਲੀਟਰ ਦੇ ਦੇਣਾ। ਉਹ 'ਚ ਨਹਾਵੇ, ਧੋਵੇ, ਖੇਡੇ, ਜੋ ਮਰਜ਼ੀ ਕਰੇ। ਜੀ, ਉਤੋਂ ਅਗਲਾ ਲੀਟਰ ਜਿਹੜਾ 151ਵਾਂ ਉਹਨਾਂ ਨੇ ਇੰਨਾ ਮਹਿੰਗਾ ਕਰਤਾ ਕਿ ਉਹ ਲੈ ਹੀ ਨਹੀਂ ਸਕਦਾ ਬੰਦਾ। ਜੀ, ਠੀਕ ਹੈ, ਇਦਾਂ ਦੀ ਪਾਲਿਸੀ ਸਾਨੂੰ ਵੀ ਇੱਥੇ ਇੰਪਲੀਮੈਂਟ ਕਰਨੀ ਪੈਣੀ ਆ। ਗਾਂ ਵੀ ਕਰਨੀ ਹੈ, ਹੁਣੇ ਕਰ ਲੈਣੀ ਚਾਹੀਦੀ ਹੈ। ਇੰਡੀਅਨ ਈਜ਼ਮੈਂਟ ਐਕਟ ਹੈਗਾ ਇੱਕ, ਹਾਂਜੀ, ਪੁਰਾਣਾ ਐਕਟ ਹੈ ਜੀ, ਉਹਦੇ ਤਹਿਤ ਇਹ ਕੀ ਹੈ ਕਿ ਜਿਹੜਾ ਬੰਦਾ ਜ਼ਮੀਨ ਦਾ ਮਾਲਕ ਹੈ ਨਾ, ਜੀ, ਉਹ ਥੱਲੇ ਵਾਲੀਆਂ ਚੀਜ਼ਾਂ ਦਾ ਮਾਲਕ ਨਹੀਂ ਹੋਏਗਾ, ਕੁਦਰਤੀ ਸੋਰਸਾਂ ਦਾ। ਅੱਛਾ, ਉਹ ਲੇਟਰ ਔਨ ਕਾਫੀ ਦੇਰ ਬਾਅਦ ਉਸ ਐਕਟ ਨੂੰ ਲਾਗੂ ਕਰਨਾ ਪੈਣਾ ਇੱਥੇ, ਜੀ, ਕਿਉਂਕਿ ਉਹ ਕੋਟਾ ਸਿਸਟਮ ਤਾਂ ਹੀ ਚੱਲੂਗਾ। ਜੀ, ਉਹ ਅੱਜ ਕਰ ਲਓ, ਕੱਲ ਕਰ ਲਓ, ਲਾਗੂ ਕਰਨਾ ਪੈਣਾ। ਜਿੰਨਾ ਚਿਰ ਇਹਦਾ ਕੰਟਰੋਲ ਨਹੀਂ, ਜਾਂ ਲੋਕੀ ਸੈਲਫ ਕੰਟਰੋਲ ਕਰ ਲੈਣ, ਆਪੇ ਆਪਣੇ ਆਪ ਨੂੰ ਕੰਟਰੋਲ ਕਰ ਲੈਣ ਤਾਂ ਬਹੁਤ ਜ਼ਿਆਦਾ ਵਧੀਆ, ਨਹੀਂ ਤਾਂ ਸਰਕਾਰ ਨੂੰ ਕੰਟਰੋਲ ਕਰਨਾ ਪਊਗਾ ਇਹ। ਚਲੋ, ਗੱਲ ਚੱਲੀ ਸੀ ਮੁਫਤ ਬਿਜਲੀ ਦੀ। ਬਿਜਲੀ ਦੀ ਖਪਤ ਇਮਾਰਤ ਸਾਜੀ 'ਚ ਬਹੁਤ ਜ਼ਿਆਦਾ ਹੁੰਦੀ ਹੈ ਵਾਘਾ ਸਾਹਿਬ, ਤੇ ਬਿਜਲੀ ਦੀ ਉਪਜ ਵੀ ਡੈਮਾਂ ਤੋਂ ਹੁੰਦੀ ਹੈ। ਕਿ ਡੈਮ ਵੀ ਕਿਤੇ ਨਾ ਕਿਤੇ ਵਾਤਾਵਰਣ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ? ਜਿੰਨੀ ਵੀ ਬਿਜਲੀ, ਚਾਹੇ ਉਹ ਥਰਮਲ ਕੋਲੇ ਨਾਲ ਪੈਦਾ ਹੋਵੇ ਜਾਂ ਪਾਣੀ ਤੋਂ ਬਿਜਲੀ ਜਿੰਨੀ ਵੀ ਪੈਦਾ ਹੁੰਦੀ ਹੈ, ਉਹ ਨਿਸ਼ਚਿਤ ਰੂਪ ਦੇ ਵਿੱਚ ਵਾਤਾਵਰਣ ਨੂੰ ਬਹੁਤ ਜ਼ਿਆਦਾ ਨੁਕਸਾਨ ਉਹਦਾ ਪਹੁੰਚਦਾ ਹੈ। ਜੀ, ਤੇ ਉਹਦਾ ਇਲਾਜ ਕੀ ਆ? ਉਹਦਾ ਇਲਾਜ ਇਹ ਆ ਕਿ ਜਿੰਨੀਆਂ ਵੀ ਆਪਾਂ ਇਮਾਰਤਾਂ ਬਣਾਉਂਦੇ ਆ, ਜੀ, ਉਹਦੇ ਵਿੱਚ ਜਿਹੜੇ ਸਰਵੇ ਆ ਉਹ ਇਹ ਕਹਿੰਦੇ ਆ ਕਿ ਇਮਾਰਤਾਂ 40% ਜਿੰਨੀ ਵੀ ਦੁਨੀਆ ਦੀ ਇਲੈਕਟ੍ਰਿਸਿਟੀ ਆ, ਬਿਜਲੀ ਆ,
40% ਤੋਂ ਅਧਿਕ ਬਿਜਲੀ ਉਹਨਾਂ ਦੀ ਕੰਸਟਰਕਸ਼ਨ ਕਰਨ ਦੇ ਵਿੱਚ, ਉਹਨਾਂ ਨੂੰ ਯੂਜ਼ ਕਰਨ ਦੇ ਵਿੱਚ, ਬਿਲਡਿੰਗਾਂ ਨੂੰ ਯੂਜ਼ ਕਰਨ ਦੇ ਵਿੱਚ ਤੇ ਬਿਲਡਿੰਗਾਂ ਦੀ ਮੇਨਟੇਨੈਂਸ ਦੇ ਵਿੱਚ 40% ਤੋਂ ਵੱਧ ਬਿਜਲੀ ਪੂਰੀ ਦੁਨੀਆ ਦੀ ਇਮਾਰਤਾਂ ਹੀ ਖਾ ਜਾਂਦੀਆਂ, ਖਪਤ ਹੋ ਜਾਂਦੀ ਜੀ। ਇਹਦਾ ਮਤਲਬ ਇਹ ਨਿਕਲਿਆ ਕਿ ਸਾਨੂੰ ਇਮਾਰਤ ਸਾਜੀ ਦੇ ਵਿੱਚ ਇੰਨਾ ਧਿਆਨ ਦੇਣ ਦੀ ਲੋੜ ਆ ਕਿ ਬਿਜਲੀ ਦੀ ਖਪਤ ਨੂੰ ਅਸੀਂ ਘੱਟ ਤੋਂ ਘੱਟ ਕਰ ਸਕੀਏ। ਇਦਾਂ ਘੱਟ ਕਰਾਂਗੇ ਤਾਂ ਫਿਰ ਆਪਣੇ ਆਪ ਅਸੀਂ ਵਾਤਾਵਰਣ ਦੀ ਇਹਦੇ ਵਿੱਚ ਇੱਕ ਮੈਂ ਐਡ ਕਰਨਾ ਚਾਹੂੰਗਾ, ਗਵਰਨਮੈਂਟ ਨੇ ਇਹਦੇ ਵਿੱਚ ਕੀ ਉਪਰਾਲਾ ਕੀਤਾ, ਜਿਹੜੀ ਗ੍ਰੀਨ ਬਿਲਡਿੰਗ ਆ ਨਾ, ਹਾਂਜੀ, ਜੇ ਉਹ ਬਣਾਉਂਗੇ ਆਪਾਂ, ਕੋਈ ਵੀ ਇੰਸਟੀਟਿਊਸ਼ਨ ਗ੍ਰੀਨ ਬਿਲਡਿੰਗ ਬਣਾਵੇ ਜੀ, ਉਹਨੂੰ ਇੱਕ ਤਾਂ ਬਿਲਡਿੰਗ ਕੰਸਟਰਕਸ਼ਨ ਫੀਸ ਨਹੀਂ ਲੱਗਣੀ ਜੀ, ਠੀਕ ਹੈ। ਦੂਜਾ, ਉਹਦਾ ਜਿਹੜਾ ਸਰਫੇਸ ਫਲੋਰ ਏਰੀਆ ਫਲੋਰ ਰੇਸ਼ੋ ਆ ਜੀ, ਠੀਕ ਹੈ, ਉਹ 5% ਉਹਨੂੰ ਜ਼ਿਆਦਾ ਦਿੰਦੇ ਆ, ਅੱਛਾ, ਫ੍ਰੀ ਆਫ ਕਾਸਟ। ਅੱਛਾ, ਬਾਕੀਆਂ 'ਚ ਜੇ 25% ਅਲਾਉਡ ਹੈ, ਇਹਨਾਂ ਨੂੰ 30% ਅਲਾਉਡ ਹੋਏਗੀ ਫੋਰ ਐਗਜ਼ਾਮਪਲ ਜੀ, ਗ੍ਰੀਨ ਬਿਲਡਿੰਗ ਦੇ ਵਿੱਚ। ਸਮਝ ਹਾਂ, 5% ਐਕਸਟਰਾ ਦਿੱਤਾ ਹੋਇਆ। ਚਲੋ ਗੱਲ ਕਰੀਏ ਕਾਮਨ ਮੈਨ ਦੀ। ਗੁਰਮੇਲ ਸਿੰਘ ਜੀ, ਮੈਂ ਤੁਹਾਡੇ ਕੋਲੇ ਆਵਾਂਗਾ। ਤੁਸੀਂ ਆਮ ਸਧਾਰਨ ਲੋਕਾਂ 'ਚ ਵਿਚਰਦੇ ਹੋ, ਬੱਚਿਆਂ ਨੂੰ ਵਾਤਾਵਰਣ ਵੱਲ ਜੋੜ ਰਹੇ ਹੋ, ਕੀ ਤੁਸੀਂ ਵੱਡਿਆਂ ਨਾਲ ਵੀ ਕੋਈ ਰਹਿਸ਼ਾਵਾਦੀ ਕੋਈ ਜਾਗਰੂਕਤਾ ਪ੍ਰੋਗਰਾਮ ਚਲਾਉਂਦੇ ਹੋ ਵੀ ਇਸ ਤਰ੍ਹਾਂ ਜਿਹੜੇ ਸਰਕਾਰ ਦੀਆਂ ਨੀਤੀਆਂ ਨੂੰ ਅਪਣਾਇਆ ਜਾਵੇ, ਵਾਤਾਵਰਣ ਨੂੰ ਸੰਭਾਲ ਲਈ ਇਮਾਰਤਾਂ ਬਣਾਈਆਂ ਜਾਣ, ਬਿਜਲੀ ਖਪਤ ਤੇ ਗੱਲ ਕੀਤੀ ਜਾਵੇ, ਜਾਂ ਥੋੜੀ ਕੋਈ ਭਵਿੱਖ 'ਚ ਐਸੀ ਯੋਜਨਾ ਹੈਗੀ ਹੈ? ਹਾਂਜੀ, ਬਿਲਕੁਲ ਹੈਗੀ ਜੀ। ਜਿਹੜੇ ਸਾਡੇ ਸੁਸਾਇਟੀ ਦੇ ਮੈਂਬਰ ਨੇ ਉਹ ਲਗਭਗ ਸਾਰੇ ਜੀ ਵਾਲ ਗਏ ਨੇ ਜੀ, ਤੇ ਅਸੀਂ ਜਿਹੜੇ ਪ੍ਰੋਗਰਾਮ ਕਰਦੇ ਆ ਉੱਥੇ ਵਾਤਾਵਰਨ ਪ੍ਰੇਮੀ ਨੇ ਜਿਹੜੇ ਐਵਨ ਕੌਮਾਂਤਰੀ ਪੱਧਰ ਤੇ ਉਹਨਾਂ ਨੂੰ ਬੁਲਾ ਕੇ ਵੱਡੇ ਵੱਡੇ ਸੈਮੀਨਾਰ ਕਰਵਾਏ ਨੇ ਹੁਣ ਤੱਕ ਅਸੀਂ 4-5, ਜਿਹਦੇ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜੀ 2 ਵਾਰ ਸਾਡੇ ਪ੍ਰੋਗਰਾਮਾਂ ਤੇ ਪਹੁੰਚੇ ਨੇ ਜੀ। ਤੁਹਾਡੀ ਹੱਲਾਸ਼ੇਰੀ ਦੇਣ ਪਹੁੰਚੇ ਹੋ? ਹਾਂਜੀ ਜੀ, 2 ਵਾਰ ਪਹੁੰਚੇ ਨੇ ਤੇ ਉਹਨਾਂ ਤੋਂ ਅਸੀਂ ਮਤਲਬ ਬੜਾ ਵਧੀਆ ਉਹ ਲੈਕਚਰ ਦੇ ਕੇ ਗਏ ਨੇ। ਤੇ ਲੋਕ ਫਿਰ ਇਹ ਕਹਿੰਦੇ ਨੇ ਵੀ ਹੁਣ ਤੁਸੀਂ ਇਹਨਾਂ ਨੂੰ ਦੁਬਾਰਾ ਕਦੋਂ ਬੁਲਾਓਗੇ ਜੀ। ਅਸੀਂ ਬਹੁਤ ਮਤਲਬ ਹਰ ਸਮਾਜ ਦੀ ਹਰ ਕੈਟੇਗਰੀ ਦੇ ਨਾਲ ਸਾਡਾ ਰਾਬਤਾ ਹੈ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ, ਚਾਹੇ ਉਹ ਦਰਖਤ ਲਾਉਣ ਦੀ ਗੱਲ ਹੋਵੇ, ਚਾਹੇ ਉਹ ਅੱਜ ਦਾ ਇੱਕ ਕਾਂਗਸਕਾ ਹੈ, ਇਹ ਬੜਾ ਖਤਰਨਾਕ ਬੂਟੀ ਹੈ, ਇਹਦੇ ਪ੍ਰਤੀ ਲੋਕਾਂ ਨੂੰ ਅਸੀਂ ਬਹੁਤ ਜਾਗਰੂਕ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਇਹਨੂੰ ਖਤਮ ਕੀਤਾ ਜਾਵੇ। ਅਸੀਂ ਆਪਣਾ ਏਰੀਆ 3-4 ਘੱਟੋ ਘੱਟ ਸੈਕਟਰਾਂ ਦੇ ਵਿੱਚ 11 ਫੇਸ ਇਹਦੇ ਨਾਲ ਇਲਾਕੇ ਦੇ ਵਿੱਚ ਅਸੀਂ ਇੱਕ ਚੈਲੰਜ ਕੀਤਾ ਹੋਇਆ ਹੈ। ਸਾਡੇ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ, ਜਿਵੇਂ ਕਾਰਪੋਰੇਸ਼ਨ ਹੈ, ਗਮਾਡਾ ਹੈ ਜਾਂ ਡੀਸੀ ਦਫ਼ਤਰ ਹੈ, ਉੱਥੇ ਜਾ ਕੇ ਇਹਨਾਂ ਨੂੰ ਕਹਿੰਦੇ ਆ ਵੀ ਇੰਨੇ ਏਰੀਏ 'ਚ ਅਸੀਂ ਇਹਨੂੰ ਖਤਮ ਕਰਤਾ, ਤੁਸੀਂ ਇੱਕ ਵੀ ਬੂਟਾ ਜਾ ਕੇ ਦਿਖਾਓ। ਹੋਰ ਕਿਉਂਕਿ ਦੂਜੇ ਏਰੀਏ ਨੇ ਜਿਹੜੇ ਜਿਨ੍ਹਾਂ ਤੇ ਸਾਡੀ ਹਾਲੇ ਪਹੁੰਚ ਨਹੀਂ ਹੈਗੀ, ਉੱਥੇ ਵੱਡੇ ਪੱਧਰ ਤੇ ਖੜਾ ਹੈਗਾ ਜਿਹੜਾ ਕਾਂਗਸਕਾ ਹੈ। ਇਹ ਜਿੰਨਾ ਵਾਤਾਵਰਨ ਨੂੰ ਇਹ ਪੋਲਿਊਟ ਕਰਦਾ ਹੈ, ਹੋਰ ਕੋਈ ਚੀਜ਼ ਨਹੀਂ ਕਰਦੀ ਹੈ। ਚਲੋ ਤੁਸੀਂ ਮੈਨੂੰ ਥੋੜਾ ਇਹ ਦੱਸੋ ਕਿ ਤੁਸੀਂ ਪਿਛਲੇ 1 ਦਹਾਕੇ ਤੋਂ ਕੰਮ ਕਰ ਰਹੇ ਹੋ। ਹਾਂਜੀ। ਤੁਸੀਂ ਤੁਹਾਡੇ ਧਿਆਨ 'ਚ ਹੈ ਵੀ ਜਿਹੜਾ ਆਮ ਆਦਮੀ ਹੈ, ਸਧਾਰਨ ਜਿਹੜਾ ਜਨ ਹੈ, ਉਹ ਕਿੰਨਾ ਕੁ ਤਤਪਰ ਹੈ ਵਾਤਾਵਰਨ ਦੇ ਸੰਭਾਲਣ ਨੂੰ? ਵੈਸੇ ਜੀ ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਸਾਡੇ ਯਤਨਾਂ ਨਾਲ ਇੱਕ ਮੋਹਾਲੀ ਦੇ ਵਿੱਚ ਇੱਕ ਸਲੋ ਐਂਡ ਸਟੱਡੀ ਅਸੀਂ ਇੱਕ ਲਹਿਰ ਪੈਦਾ ਕਰਨ ਦੇ ਵਿੱਚ ਜ਼ਰੂਰ ਕਾਮਯਾਬ ਹੋਏ ਹਾਂ। ਅਸੀਂ ਜਿੱਥੇ ਵੀ ਜਾਂਦੇ ਹਾਂ, ਹੁਣ ਦਫ਼ਤਰਾਂ ਦੇ ਵਿੱਚ ਕੋਈ ਕੰਮ ਹੁੰਦਾ, ਜਿਵੇਂ ਗਮਾਡਾ ਵੀ ਜਾਂਦੇ ਹਾਂ, ਸਰਦਾਰ ਮਨਦੀਪ ਸਿੰਘ ਜੀ ਬੈਠੇ ਨੇ, ਇਹਨਾਂ ਕੋਲ ਬੜੀ ਵਾਰੀ ਗਿਆ ਜੀ। ਹੋਰ ਥਵੇਂ ਸਾਨੂੰ ਇਹ ਕਹਿ ਕੇ ਬੁਲਾਉਣ ਲੱਗੇ ਲੋਕ ਵੀ ਵਾਤਾਵਰਨ ਪ੍ਰੇਮੀ ਆ ਗਏ, ਇਹਨਾਂ ਦੀ ਗੱਲ ਧਿਆਨ ਨਾਲ। ਚਲੋ, ਜਾਨੀ ਤੁਸੀਂ ਇੱਕ ਮੋਟੋ ਸਥਾਪਿਤ ਕਰਤਾ ਕਿ ਵਾਤਾਵਰਨ ਪ੍ਰੇਮੀ ਜਾ ਰਹੇ। ਹਾਂਜੀ ਹਾਂਜੀ, ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਵੇਂ ਇਹਨਾਂ ਦੇ ਚੀਫ ਇੰਜੀਨੀਅਰ ਨੇ, ਹਾਂਜੀ, ਉਹਨਾਂ ਕੋਲੇ ਜਾਓ, ਉਹ ਸਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ। ਸਾਨੂੰ ਇਸ ਗੱਲ ਦਾ ਮਾਣ ਹੈ ਸਰਦਾਰ ਦਵਿੰਦਰ ਸਿੰਘ ਜੀ, ਕਿਉਂਕਿ ਚੀਫ ਇੰਜੀਨੀਅਰ ਨੇ ਏਡੇ ਵੱਡੇ ਅਦਾਰੇ ਦੇ, ਤੇ ਬੜੀ ਦੇਰ ਤੋਂ ਜਦੋਂ ਵੀ ਜਾਂਦੇ ਹਾਂ, ਘੱਟੋ 10-12 ਸਾਲ ਦੇ, ਜਿੱਦਣ ਅਸੀਂ ਆਪਣੀ ਸਰਗਰਮ ਹੋਏ ਇਹਦੇ ਵਿੱਚ, ਉਦੋਂ ਦੇ ਉਹਨਾਂ ਨੂੰ ਮਿਲਦੇ ਹਾਂ ਤੇ ਬੜਾ ਵਧੀਆ ਅਟੈਂਡ ਕਰਦੇ ਨੇ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡਾ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਹੋਇਆ ਉਹ ਵੱਡੇ ਪੱਧਰ ਤੇ ਮਤਲਬ ਚਲੋ, ਕਹਿਣ ਦਾ ਮਤਲਬ ਇਹ ਹੋਇਆ ਕਿ ਸਰਕਾਰੀ ਤੰਤਰ ਵੀ ਤੁਹਾਡੀ ਸਹਿਯੋਗ ਕਰ ਰਿਹਾ, ਤੁਹਾਡੇ ਹੀਲੇ ਨੂੰ ਲੈ ਕੇ ਵੀ ਤੁਹਾਡਾ ਬਹੁਤ ਵੱਡਾ ਉਪਰਾਲਾ ਵਾਤਾਵਰਨ ਪ੍ਰੇਮੀ ਦੇ ਨਾਤੇ ਤੁਹਾਨੂੰ ਪਤਾ ਹੈ। ਹਾਂਜੀ ਹਾਂਜੀ, ਤੇ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਸਾਨੂੰ ਆਪਦੇ ਆਪ ਹੀ ਚਿੱਠੀ ਆਈ ਵੀ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਡਿਸਟ੍ਰਿਕਟ ਪੱਧਰ ਤੇ 26 ਜਨਵਰੀ 16 ਨੂੰ ਜੀ, ਸਿਰਫ ਇਸ ਕੰਮ ਵਾਸਤੇ। ਤੇ ਐਤਕੀ ਮੈਨੂੰ
21 ਫਰਵਰੀ ਨੂੰ ਸਾਨੂੰ ਸਨਮਾਨਿਤ ਕੀਤਾ ਕਾਰਪੋਰੇਸ਼ਨ ਨੇ, ਕਾਰਪੋਰੇਸ਼ਨ ਮਾੜੀ ਨੇ ਅਭਿਆਨ ਦੇ ਵਿੱਚ। ਠੀਕ ਹੈ ਜੀ। ਅਭਿਆਨ ਦੇ ਵਿੱਚ ਹਾਂ, ਇੱਕ ਦਿਨ ਪਹਿਲਾਂ ਸਾਨੂੰ ਰਾਤ ਨੂੰ 8 ਵਜੇ ਫੋਨ ਆਇਆ ਵੀ ਤੁਸੀਂ ਇੱਥੇ ਪਹੁੰਚਣਾ, ਪ੍ਰੋਗਰਾਮ ਹੈ ਕੋਈ। ਥੋੜਾ ਜਿਹਾ ਹਿੰਟ ਦੇਤਾ ਵੀ ਤੁਸੀਂ ਤਿਆਰੀ ਕਰਕੇ ਆਏ ਹੋ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਦੇ ਆਪ ਹੀ ਬੰਦੇ ਆ ਕੇ ਸਰਕਾਰੀ ਮਹਿਕਮੇ ਸਨਮਾਨਿਤ ਕਰ ਰਹੇ ਨੇ, ਤੇ ਜੇ ਅਸੀਂ ਕੁਝ ਕਰ ਰਹੇ ਹਾਂ ਵਾਤਾਵਰਨ ਤੇ, ਇਹ ਤਾਈਓ ਹੀ ਸੰਭਵ ਹੈ ਜੀ। ਠੀਕ ਹੈ। ਅੱਛਾ, ਫਿਰ ਮੈਂ ਲਾਚੋਵਾਲ ਜੀ ਤੁਹਾਡੇ ਕੋਲੇ ਆਵਾਂਗਾ। ਆਪਾਂ ਹੇਠਲੇ ਪਾਣੀ ਦੀ ਗੱਲ ਕੀਤੀ, ਥੋੜਾ ਜਿਹਾ ਆਕਸੀਜਨ ਦੀ ਜਿਹੜੀ ਅੱਜ ਕੱਲ੍ਹ ਬੜੀ ਚਰਚਾ ਚੱਲ ਰਹੀ ਹੈ ਕਿ ਆਕਸੀਜਨ ਘਟ ਗਈ ਜੀ, ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ, ਆਕਸੀਜਨ ਦੇ ਵਿੱਚ ਵਿਸ਼ਵ ਪੱਧਰ ਤੇ ਗੱਲ ਹੋ ਗਈ। ਉਹਦੇ ਪ੍ਰਤੀ ਜਿਹੜੀ ਆਪਾਂ ਆਕਸੀਜਨ ਕਰਦੇ ਹਾਂ, ਉਹ ਕਿਹੜੀ ਆਕਸੀਜਨ ਦਿੱਤੀ ਜਾਂਦੀ ਹੈ? ਆਪਣੀ ਇਸ ਵਾਤਾਵਰਨ ਨੂੰ ਨੁਕਸਾਨ ਕਰਦੀ ਹੈ ਉਹ ਜਿਹੜੀ ਆਪਾਂ ਹਵਾ ਚੋਂ ਲੈਂਦੇ ਹੈਗੇ? ਆਕਸੀਜਨ ਇਦਾਂ ਜੀ, ਜਿਹੜੀ ਜਿੰਨੇ ਵੀ ਸਿਲੰਡਰ ਸਪਲਾਈ ਹੁੰਦੇ ਆ ਜਾਂ ਹਸਪੀਟਲਾਂ 'ਚ ਆਕਸੀਜਨ ਹੈ, ਹਾਂਜੀ ਇਹਦੀਆਂ ਦੋ ਵਿਧੀਆਂ ਆ ਜੀ। ਇੱਕ ਹੈਗੀ ਹੈ 에ਅਰ ਸੈਪਰੇਸ਼ਨ ਯੂਨਿਟ ਲੱਗੇ ਹੋਏ ਆ ਜੀ। ਉਹ ਕੀ ਕਰਦੇ ਆ, ਇਹ ਹਵਾ ਦੇ ਵਿੱਚੋਂ ਆਕਸੀਜਨ ਨੂੰ ਵੱਖਰਾ ਕਰਕੇ ਹਾਂਜੀ। ਉਹਨੂੰ ਲਿਕੁਇਡ ਫਾਰਮ 'ਚ ਕੰਪਰੈਸ ਕਰਕੇ ਲਿਕੁਇਡ ਫਾਰਮ 'ਚ ਸਿਲੰਡਰਾਂ 'ਚ ਭਰ ਕੇ ਉਹ ਸਪਲਾਈ ਕਰਦੇ ਆ ਜੀ। ਉਹ ਹੋ ਗਿਆ 에ਅਰ ਸੈਪਰੇਸ਼ਨ ਯੂਨਿਟ। ਜੀ। ਦੂਜੇ ਹੋ ਗਏ ਪ੍ਰੈਸ਼ਰ ਸਵਿੰਗ ਯੂਨਿਟ। ਜੀ। ਪ੍ਰੈਸ਼ਰ ਸਵਿੰਗ ਯੂਨਿਟ ਹੁੰਦੇ ਆ ਹਸਪੀਟਲਾਂ ਦੇ ਵਿੱਚ ਹੀ ਲੱਗੇ ਹੁੰਦੇ ਆ ਉਹ। ਜੀ। ਉਹ ਵੱਖਰੀ ਹਵਾ ਹੀ ਕਰਕੇ ਹਵਾ ਦੇ ਤੌਰ ਤੇ ਹੀ ਉਹ ਮਤਲਬ ਆਕਸੀਜਨ ਕੱਢ ਕੇ ਹਾਂਜੀ। ਲਿਕੁਇਡ ਨਹੀਂ ਬਣਾਉਂਦੇ, ਹਾਂਜੀ। ਹਵਾ ਹੀ ਉਹ ਜਿੱਦਾਂ ਸੈਂਟਰਲ ਏਸੀ ਨਹੀਂ ਹੁੰਦਾ ਇਦਾਂ ਸਪਲਾਈ ਕਰ ਦਿੰਦੇ ਆ ਵੱਖ-ਵੱਖ ਬੈੱਡਾਂ ਤੇ। ਅੱਛਾ ਜੀ। ਲੇਕਿਨ ਦੋਨਾਂ ਤਰੀਕਿਆਂ ਦੇ ਵਿੱਚ ਇਹ ਆਕਸੀਜਨ ਜਿਹੜੀ ਹੈ ਇਹ ਹਵਾ ਚੋਂ ਹੀ ਕੱਢਦੇ ਆ। ਹੁਣ ਹਵਾ 'ਚ ਹੋਊਗੀ ਤਾਂ ਕੱਢਾਂਗੇ। ਹਾਂਜੀ। ਇਹ ਲਾਈਫ ਹੈ ਇੱਕ ਤਰ੍ਹਾਂ ਦੀ, ਹਾਂਜੀ। ਆਕਸੀਜਨ ਵੀ ਤੇ ਪਾਣੀ ਵੀ। ਹਾਂਜੀ। ਅਸੀਂ ਜਦੋਂ ਮੰਗਲ ਗ੍ਰਹਿ ਤੇ ਜਾਂ ਹੋਰ ਕਿਸੇ ਗ੍ਰਹਿ ਤੇ ਆਪਾਂ ਇਹ ਲੱਭਣ ਜਾਂਦੇ ਆ ਵੀ ਲਾਈਫ ਹੈਗੀ ਕਿ ਨਹੀਂ, ਅਸੀਂ ਕੀ ਦੇਖਦੇ ਆ ਉੱਥੇ? ਹਾਂਜੀ। ਪਾਣੀ ਹੈਗਾ ਕਿ ਨਹੀਂ ਹੈਗਾ, ਜੀ। ਹਵਾ ਹੈ, ਆਕਸੀਜਨ ਹੈਗੀ ਕਿ ਨਹੀਂ ਹੈਗੀ। ਇਹ ਲਾਈਫ ਹੈ। ਔਰ ਜੇ ਅਸੀਂ ਇਸ ਨੂੰ ਨਾ ਸੰਭਾਲਿਆ ਆਉਣ ਵਾਲੇ ਸਮੇਂ 'ਚ, ਹਾਂਜੀ, ਤੇ ਜਾਂ ਤਾਂ ਫਿਰ ਰੱਬ ਇਦਾਂ ਦੀ ਕਰੈਕਸ਼ਨ ਕਰੂਗਾ ਜਿੱਦਾਂ ਕਰੋਨਾ ਕਰਕੇ ਸਾਰੇ ਬੰਦ ਕਰ ਦਿੱਤੇ। ਜੀ। ਹੁਣ ਤੁਸੀਂ 에ਅਰ ਕੁਆਲਿਟੀ ਇੰਡੈਕਸ ਦੇਖੋ ਜੀ। ਜਦੋਂ ਕਰੋਨਾ ਤੋਂ ਪਹਿਲਾਂ ਓਪਨ ਸੀ ਸਾਰਾ ਕੁਝ, ਜੀ। ਉਦੋਂ 에ਅਰ ਕੁਆਲਿਟੀ ਇੰਡੈਕਸ ਜ਼ਿਆਦਾ ਸੀ, ਮਤਲਬ ਬਹੁਤ ਜ਼ਿਆਦਾ ਪੋਲਿਊਸ਼ਨ ਸੀਗਾ ਇੱਥੇ। ਜੀ। ਦੂਜੇ ਸ਼ਹਿਰਾਂ ਦੇ ਵਿੱਚ ਪਹਾੜੀ ਸ਼ਹਿਰਾਂ ਨਾਲੋਂ ਜਾਂ ਜੰਗਲਾਤ ਵਾਲੇ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਹੁੰਦਾ। ਜੀ। 에ਅਰ ਕੁਆਲਿਟੀ ਇੰਡੈਕਸ ਉਦੋਂ ਦਾ ਕਾਫੀ ਇੰਪਰੂਵ ਹੋਇਆ। ਜਾਂ ਰੱਬ ਇਦਾਂ ਦੀ ਕੁਦਰਤ ਇਦਾਂ ਦੀ ਕਰੈਕਸ਼ਨ ਕਰੂਗੀ ਤਾਂ ਜਾਂ ਫਿਰ ਬੰਦੇ ਨੂੰ ਆਪ ਕਰਨੀ ਪੈਣੀ ਹੈ। ਨਹੀਂ, ਜਿਹੜੀ ਹਵਾ ਕੁਦਰਤੀ ਸਰੋਤ ਚੋਂ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਸਿਲੰਡਰਾਂ 'ਚ ਭਰੀ ਜਾਂਦੀ, ਉਹਦੇ ਨਾਲ ਉਹ ਫਿਰ ਪੱਧਰ ਘਟੇਗਾ ਵੀ? ਬਿਲਕੁਲ ਘਟੇਗਾ ਜੀ, ਜਦ ਹੈ ਹੀ ਉੱਥੋਂ ਹੀ ਕੱਢਣੀ ਹੈ। ਜਦੋਂ ਉੱਥੋਂ ਹੀ ਕੱਢਣੀ ਹੈ ਆਕਸੀਜਨ, ਉੱਥੋਂ ਫਿਰ ਜ਼ਿਆਦਾ ਕਰਕੇ ਦੇਣੀ ਹੈ। ਲੇਕਿਨ ਉਹ ਇਦਾਂ ਹੈਗਾ ਕਿ 에ਅਰ 'ਚ ਰਲਾ ਕੇ ਉਹ ਮਰੀਜ਼ ਨੂੰ ਦਿੰਦੇ ਆ। ਹਾਂਜੀ। ਤੇ ਮੁੜ ਕੇ ਜਿਹੜੀ ਮੁੜ ਕੇ ਬਰੀਦ ਆਊਟ ਕਰਦਾ ਮਰੀਜ਼ ਕੋਈ ਵੀ 에ਅਰ, ਜੀ, ਉਹਦੇ ਵਿੱਚ ਵੀ ਮਾਤਰਾ ਹੁੰਦੀ ਹੈ। ਮਤਲਬ ਐ ਨਹੀਂ ਹੈ ਕਿ ਉਹ ਆਕਸੀਜਨ ਤੋਂ ਬਿਲਕੁਲ ਸੱਖਣੀ ਹੋ ਜਾਂਦੀ ਹੈ। ਜੀ। ਉਹਦੇ ਵਿੱਚ ਵੀ ਮਾਤਰਾ ਹੁੰਦੀ ਹੈ, ਉਹਨੂੰ 에ਅਰ 'ਚ ਰਿਲੀਜ਼ ਕਰਦੇ ਹੀ ਹੈ। ਲੇਕਿਨ ਇਹ ਜ਼ਰੂਰ ਹੈਗਾ ਕਿ ਇਹਦੀ ਜ਼ਰੂਰਤ ਬਹੁਤ ਜ਼ਿਆਦਾ ਆ। ਜੀ। ਆਕਸੀਜਨ ਨੂੰ ਆਪਣੇ 에ਅਰ ਦੇ ਵਿੱਚ ਵਧਾਉਣ ਦੀ, ਇਹਦੀ ਮਾਤਰਾ ਵਧਾਉਣ ਦੀ ਜ਼ਰੂਰਤ ਬਹੁਤ ਜ਼ਿਆਦਾ। ਜੇ ਅਸੀਂ ਪੌਦੇ ਨਾ ਲਾਏ, ਨਾ ਸੰਭਾਲ ਕੀਤੀ, ਇੱਦਾਂ ਹੀ ਬਿਲਡਿੰਗਾਂ ਬਣਾਉਂਦੇ ਰਹੇ, ਸੜਕਾਂ ਬਣਾਉਂਦੇ ਰਹੇ, ਪੌਦੇ ਪੱਟਦੇ ਰਹੇ, ਜੀ, ਤੇ ਆਉਣ ਵਾਲੇ ਸਮੇਂ 'ਚ ਔਖਾ ਹੋ ਜਾਊਗਾ। ਕਿਉਂਕਿ ਇੱਕ ਹੋਰ ਗੱਲ ਵੀ ਹੈ। ਜੀ। ਜਿੱਦਾਂ ਆਕਸੀਜਨ ਘਟੀ ਜਾਂਦੀ ਹੈ ਐਟਮੋਸਫੀਅਰ 'ਚੋਂ, ਕਾਰਬਨ ਡਾਈਆਕਸਾਈਡ ਤੇ ਸਲਫਰ ਡਾਈਆਕਸਾਈਡ ਵਗੈਰਾ ਵਧੀ ਜਾਂਦੀਆਂ, ਮੀਥੇਨ ਵਧੀ ਜਾਂਦੀ ਹੈ। ਇਹ ਜਿਹੜੀਆਂ ਗੈਸਾਂ ਆ ਇਹ ਹੀਟ ਨੂੰ ਟਰੈਪ ਕਰ ਲੈਂਦੀਆਂ। ਅੱਛਾ ਜੀ। ਠੀਕ ਹੈ। ਉਹਦੇ ਨਾਲ ਸਾਰਾ ਓਵਰਆਲ ਟੈਂਪਰੇਚਰ ਵਧੀ ਜਾਂਦਾ। ਓਵਰਆਲ ਟੈਂਪਰੇਚਰ ਵਧਣ ਨਾਲ ਉੱਪਰਲੇ ਗਲੇਸ਼ੀਅਰ ਪਿਘਲੀ ਜਾਂਦੇ ਆ। ਕਈ ਇਦਾਂ ਦੇ ਜਾਨਵਰ ਆ ਜਿਹੜੇ ਜਿਨ੍ਹਾਂ ਨੇ ਠੰਡ 'ਚ ਰਹਿਣਾ ਹੁੰਦਾ ਉਹ ਮਰੀ ਜਾਂਦੇ ਆ। ਕੁਦਰਤ 'ਚ ਬਹੁਤ ਵੱਡੀ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ। ਉਸ ਤੋਂ ਇਲਾਵਾ ਇਹ ਆਕਸੀਜਨ ਜਿਹੜੀ ਹੈ, ਇਹ ਦੇਖੋ ਆਕਸੀਜਨ ਜਿਹੜੀ ਹੈ ਨਾ, ਇਹ ਓਜ਼ੋਨ ਲੇਅਰ ਬਣਾਉਂਦੀ ਹੈ ਉੱਪਰ। ਜੀ। ਓਜ਼ੋਨ ਲੇਅਰ ਜਿਹੜੀ ਹੈ ਉਹ ਅਲਟਰਾ ਵਾਇਲਟ ਰੇਜ਼ ਜਿਹੜੀਆਂ ਉਹਨਾਂ ਨੂੰ ਅਬਜ਼ੌਰਬ ਕਰਦੀ ਹੈ ਤੇ ਸਾਨੂੰ ਚਮੜੀ ਦੇ ਕੈਂਸਰ ਤੋਂ ਬਚਾਉਂਦੀ ਹੈ। ਜਿੱਦਾਂ ਹੁਣ ਓਜ਼ੋਨ ਲੇਅਰ ਡਿਪਲੀਟ ਹੋਈ ਜਾਂਦੀ ਹੈ, ਉਹਦੇ ਨਾਲ ਲੋਕਾਂ 'ਚ ਕੈਂਸਰ ਵਧੀ ਜਾਂਦਾ। ਹਵਾ ਜਿਹੜੀ ਹੈ ਸਭ ਤੋਂ ਜ਼ਿਆਦਾ, ਹੁਣ ਤੁਸੀਂ ਦੇਖੋ ਅਸੀਂ ਖਾਂਦੇ ਹਾਂ ਕੁਝ, ਖਾਣ ਨਾਲ ਕਈ ਵਾਰੀ ਮਾੜੀ ਚੀਜ਼ ਖਾਣ ਨਾਲ ਬਿਮਾਰ ਹੋ ਜਾਂਦੇ ਆ। ਜੀ। ਹਵਾ ਤਾਂ ਇਦਾਂ ਦੀ ਚੀਜ਼ ਆ ਜਿਹੜੀ ਸਭ ਤੋਂ ਛੇਤੀ ਅਬਜ਼ੌਰਬ ਹੁੰਦੀ ਹੈ। ਜੀ। ਹੈ ਨਾ ਜੀ। ਖੂਨ ਦੇ ਵਿੱਚ ਹਰ ਵੇਲੇ ਚੱਲਣੀ, ਤੇ ਜੇ ਇਹੀ ਮਾੜੀ ਹੋਈ ਤਾਂ ਦੇਖੋ ਬੰਦੇ ਨੂੰ ਕਿੰਨੀਆਂ ਬਿਮਾਰੀਆਂ ਲੱਗਣੀਆਂ। ਜਿੰਨੀਆਂ ਨਵੀਆਂ ਬਿਮਾਰੀਆਂ ਲੱਗ ਰਹੀਆਂ ਇਹ ਪੋਲਿਊਸ਼ਨ ਕਰਕੇ ਹੀ ਹੈ। ਪ੍ਰਦੂਸ਼ਣ, ਮੈਂ ਵਾਗਾ ਸਾਹਿਬ ਕੋਲ ਆਵਾਂਗਾ। ਗ੍ਰੀਨ ਬਿਲਡਿੰਗ ਦਾ ਕਨਸੈਪਟ ਸੀਗਾ ਇੱਕ ਸੀ, ਉਹਦੇ ਵਿੱਚ ਕਿਸ ਤਰ੍ਹਾਂ ਉਹ ਵਾਤਾਵਰਨ ਸੰਭਾਲ ਦੇ ਵਿੱਚ
ਸਹਾਈ ਹੈ ਜਾਂ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਗਵਰਨਮੈਂਟ ਦੀਆਂ ਹਦਾਇਤਾਂ ਹੈਗੀਆਂ ਉਹਦੇ 'ਚ ਕੁਝ? ਗ੍ਰੀਨ ਬਿਲਡਿੰਗਸ ਨੂੰ ਗਵਰਨਮੈਂਟ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਜੀ। ਜਿਵੇਂ ਲਾਚੋਵਾਲ ਸਾਹਿਬ ਨੇ ਦੱਸਿਆ ਕਿ ਕੁਝ ਇਨਸੈਂਟਿਵ ਦੇ ਰਹੀ ਹੈ ਸਰਕਾਰ ਕਿ ਇੰਨਾ ਕਵਰਡ ਏਰੀਆ ਜ਼ਿਆਦਾ ਲੈ ਲਓ, ਆ ਤੁਹਾਨੂੰ ਫੀਸ ਮਾਫ ਕੀਤੀ ਜਾਏਗੀ, ਜੀ। ਆ ਪ੍ਰਾਪਰਟੀ ਟੈਕਸ ਮਾਫ ਕੀਤਾ ਜਾ ਰਿਹਾ। ਗਵਰਨਮੈਂਟ ਵੱਲੋਂ ਇਨਸੈਂਟਿਵ ਤਾਂ ਹੈਗੇ ਹੀ ਹੈ, ਲੇਕਿਨ ਲੋਕਾਂ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਹਾਲੇ ਉਹ ਜਿਹੜੀ ਚੇਤਨਾ ਦੀ ਕਮੀ ਹੈ, ਅਵੇਅਰਨੈਸ ਦੀ ਕਮੀ ਹੈ ਜੀ, ਤੇ ਲੋਕ ਉਹਨਾਂ ਧਿਆਨ ਨਹੀਂ ਦੇਣਾ ਚਾਹੁੰਦੇ। ਉਹਦੇ ਵਿੱਚ ਕੀ ਆ ਕਿ ਜਿੱਦਾਂ ਅਸੀਂ ਸੋਚਦੇ ਹਾਂ ਕਿ ਵੇਸਟ ਮਟੀਰੀਅਲ ਜਿਹੜੇ ਆ ਉਹਨਾਂ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ ਬਿਲਡਿੰਗਾਂ ਰਹਿੰਦ ਖੂੰਹਦ ਦਾ ਇਸਤੇਮਾਲ। ਹਾਂ, ਜਿਹੜਾ ਬਿਲਡਿੰਗਾਂ ਦਾ ਮਲਬਾ ਆ ਜਿਹੜਾ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਕਿਸੇ ਨਾ ਕਿਸੇ ਸ਼ੇਪ 'ਚ। ਮੈਂ ਸਮਝਦਾ ਕਿ ਜਿੱਦਾਂ ਥਰਮਲ ਪਲਾਂਟਾਂ 'ਚੋਂ ਫਲਾਈ ਐਸ਼ ਨਿਕਲਦੀ ਸੀ, ਉਹ ਅੱਜ ਕੱਲ੍ਹ ਅਸੀਂ ਇੱਟਾਂ ਦੇ ਵਿੱਚ, ਸੀਮੈਂਟ ਦੇ ਵਿੱਚ ਉਹ ਪੈਣ ਲੱਗ ਗਈ ਆ ਜੀ। ਉਹ ਫਲਾਈ ਐਸ਼ ਵਾਲੀਆਂ ਜਿਹੜੀਆਂ ਇੱਟਾਂ ਆ ਉਹ ਜ਼ਿਆਦਾ ਵਧੀਆ ਆ ਦੂਜੀਆਂ ਲਾਲ ਇੱਟਾਂ ਨਾਲੋਂ, ਕਿਉਂਕਿ ਬਿਹਤਰ ਨਹੀਂ, ਬਹੁਤ ਬਿਹਤਰ ਆ। ਇੱਕ ਤਾਂ ਉਹਨਾਂ 'ਚ ਸ਼ੋਰਾ ਨਹੀਂ ਨਿਕਲਦਾ ਜੀ, ਦੂਜਾ ਉਹਨਾਂ ਦਾ ਫਾਇਦਾ ਇਹ ਆ ਕਿ ਜਿਹੜੀ ਲਾਲ ਇੱਟ ਬਣਦੀ ਆ ਤੇ ਅਸੀਂ ਜਿਹੜੀ ਜ਼ਮੀਨ ਦੀ ਉੱਤਰਲੀ ਸਤ੍ਹਾ ਦੇ ਉੱਤੇ ਜਿਹੜਾ ਉਪਜਾਊ ਭੂਮੀ ਆ ਉਹਦਾ ਅਸੀਂ ਮਿਸਯੂਜ਼ ਕਰਦੇ ਆ ਜੀ। ਉਹ ਫਿਰ ਉਹ ਵੀ ਬਚਾਓ ਹੁੰਦਾ, ਜ਼ਮੀਨ ਦਾ ਵੀ ਬਚਾਓ ਹੁੰਦਾ ਜੀ ਜੀ। ਤੇ ਇਸੇ ਤਰੀਕੇ ਨਾਲ ਹੋਰ ਕਈ ਲੱਕੜੀ ਦੇ ਕੁਝ ਲੱਕੜੀ ਆ ਰਹੀ ਹੈ ਜਿਹੜੀ ਰੀਸਰਕੂਲੇਟਡ, ਲੋਹਾ, ਇਦਾਂ ਹੋਰ ਵੀ ਕਈ ਪਦਾਰਥ ਆ ਰਹੇ ਆ ਤੇ ਗਵਰਨਮੈਂਟ ਉਹਨਾਂ ਨੂੰ ਆਪਣੇ ਰੇਟਾਂ ਵਿੱਚ ਵੀ ਇਨਕਲੂਡ ਕਰ ਰਹੀ ਆ, ਆਪਣੇ ਸਪੈਸੀਫਿਕੇਸ਼ਨਾਂ 'ਚ ਵੀ ਇਨਕਲੂਡ ਕਰ ਰਹੀ ਆ ਤੇ ਹੋਰ ਟੈਕਨੋਲੋਜੀਕਲੀ ਬਹੁਤ ਸਾਰੇ ਬਿਜਲੀ ਦੇ ਉਪਕਰਨ ਇਸ ਤਰ੍ਹਾਂ ਦੇ ਆ ਰਹੇ ਆ ਜਿਹੜੇ ਘੱਟ ਤੋਂ ਘੱਟ ਬਿਜਲੀ ਦੀ ਖਪਤ ਕਰਕੇ ਤੇ ਵੱਧ ਤੋਂ ਵੱਧ ਆਊਟਪੁੱਟ ਦਿੰਦੇ ਆ। ਜਿਵੇਂ ਉਹ ਸਟਾਰ ਰੇਟਿੰਗ ਸਿਸਟਮ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ, ਉਹਦੇ ਵਿੱਚ ਇਹ ਹੈ ਕਿ ਤੁਸੀਂ ਜਿਹੜਾ ਵੀ ਉਪਕਰਨ ਲੈਣਾ, ਪੰਖਾ ਲੈਣਾ, ਉਹ 5 ਸਟਾਰ ਰੇਟਡ ਲਓ, ਕਿਉਂਕਿ 5 ਸਟਾਰ ਦਾ ਮਤਲਬ ਕਿ ਉਹ ਘੱਟ ਤੋਂ ਘੱਟ ਬਿਜਲੀ ਲੈ ਰਿਹਾ, ਖਪਤ ਕਰ ਰਿਹਾ ਜੀ। ਏਸੀ ਲੈਣਾ ਆ 5 ਸਟਾਰ ਲਓ, ਇਸ ਤਰੀਕੇ ਨਾਲ ਜੀ। ਨਹੀਂ, ਰਹਿੰਦ ਖੂੰਹਦ ਦੀ ਆਪਾਂ ਥੋੜੀ ਜਿਹੀ ਗੱਲ ਖੁੱਲ ਕੇ ਦਰਸ਼ਕਾਂ ਨੂੰ ਦੱਸੋ। ਜਿਵੇਂ ਕਿ ਮੈਂ ਤੁਹਾਨੂੰ ਇੱਕ ਜ਼ਿਕਰ ਕਰਦਾ ਦੇਸੀ ਜੀ। ਪਿੰਡਾਂ ਦੇ ਵਿੱਚ ਕੀ ਹੁੰਦਾ, ਜੋ ਫਲਸ਼ਿੰਗ ਦੇ ਵਿੱਚ ਨਾ ਰੋੜੇ ਸਿੱਟ ਦਿੱਤੇ ਜਾਂਦੇ, ਉਦੋਂ ਬਾਅਦ ਉਹ ਫੈਲਦਾ ਨਹੀਂ ਗਾ, ਉੱਥੇ ਹੀ ਖਤਮ ਹੋਈ ਜਾਂਦਾ। ਜੇ ਇਸ ਤਰ੍ਹਾਂ ਕੋਈ ਨਵੀਂ ਵਿਧੀ ਹੈ ਜਿਹੜਾ ਵੇਸ ਰਹਿੰਦ ਖੂੰਹਦ ਬਚਦੀ ਹੈ, ਕਈਆਂ ਦੀ ਖਾਦ ਬਣਾਉਣ ਦੇ ਕਨਸੈਪਟ ਨੇ ਕਈ ਚੀਜ਼ਾਂ ਦੇ, ਜਿਵੇਂ ਆਪਣਾ ਕੂੜਾ ਨਿਕਲਦਾ ਗਾ ਰਸੋਈ ਦਾ, ਕਿਚਨ ਦਾ ਨਿਕਲਦਾ, ਇਸ ਤਰ੍ਹਾਂ ਦਾ ਕੋਈ ਵਿਸ਼ੇਸ਼ ਉਹਦੇ 'ਚ ਆਪਾਂ ਕੋਈ ਪ੍ਰਾਵਧਾਨ ਰੱਖਿਆ ਜਾ ਸਕਦਾ ਬਿਲਡਿੰਗਾਂ ਦੇ ਵਿੱਚ, ਜਾਂ ਕੋਈ ਜਿਹੜੀ ਛੋਟੀ ਬਗੀਚੀ ਦੀ ਗੱਲ ਕਰੀਏ ਆਪਾਂ ਜਾਂ ਹੋਰ ਕਰੀਏ? ਨਹੀਂ, ਜਿੱਦਾਂ ਆਪਣੀ ਕਿਚਨ ਦੇ ਵਿੱਚੋਂ ਅੱਜ ਕੱਲ੍ਹ ਆਪਾਂ ਲੋਕਾਂ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਕਿਚਨ 'ਚ 2 ਡੱਬੇ ਰੱਖੋ। ਇੱਕ ਤਾਂ ਜਿਹਦੇ 'ਚ ਸਬਜ਼ੀਆਂ ਤੇ ਫਲ ਫਰੂਟ ਜਿਹੜੇ ਕੱਟ ਕੇ ਸੁੱਟਦੇ ਆ, ਉਹ ਜੇ ਮੇਰੇ ਕੋਲ ਵੱਡਾ ਮਕਾਨ ਆ, ਮੇਰੇ ਕੋਲ ਘਰੇ ਲਾਉਣ ਹੋਵੇ ਤੇ ਉਹ ਜਿਹੜਾ ਫਲਾਂ ਦੇ ਤਾਂ ਸਬਜ਼ੀਆਂ ਦੇ ਜਿਹੜੇ ਛਿਲਕੇ ਵਗੈਰਾ ਹੈਗੇ ਆ, ਉਹ ਤੁਸੀਂ ਉਦਾਂ ਹੀ ਜਾ ਕੇ ਪਿਛਲੀ ਲਾਉਣ 'ਚ ਦੱਬ ਦਿਓ ਤਾਂ ਉਹਦੀ ਖਾਦ ਹੀ ਬਣ ਜਾਂਦੀ ਆਪਣੇ ਆਪ ਹੀ 2-4 ਦਿਨਾਂ ਬਾਅਦ। ਇੱਕ ਤਰ੍ਹਾਂ ਦੀ ਕੰਪੋਸਟ ਬਣ ਗਈ ਨਾ। ਤਾਂ ਉਹਦੇ ਨਾਲ ਪਹਿਲਾਂ ਤਾਂ ਉਹ ਜਿਹੜਾ ਫਲ ਫਰੂਟ ਦਾ ਜਿਹੜਾ ਕਚਰਾ ਆ ਉਹ ਪਹਿਲਾਂ ਉੱਥੇ ਜਾਏਗਾ ਸ਼ਹਿਰ ਦੇ ਵਿੱਚ, ਉਹ ਨਾਲ ਕਿੰਨੀਆਂ ਗੱਡੀਆਂ ਦੇ ਉੱਤੇ ਲੋਡ ਵਧੇਗਾ, ਕਿੰਨਾ ਹੋਰ ਖਰਚਾ ਵਧੇਗਾ, ਫਿਰ ਉੱਥੇ ਉਹ ਡੰਪ ਵਧੇਗਾ। ਜਿਵੇਂ ਚੰਡੀਗੜ੍ਹ ਤੁਸੀਂ ਦੇਖਿਆ ਕਿ ਡੰਪ ਯਾਰਡ ਜਿਹੜਾ ਉਹ ਕਿੰਨਾ ਵੱਡਾ ਬਣ ਗਿਆ, 45 ਏਕੜ ਜਗ੍ਹਾ 3 ਮੰਜ਼ਲੀ ਜਿੰਨੀ ਭਰ ਚੁੱਕੀ ਆ। ਉਹ ਤਾਂ ਲਾਚੋਵਾਲ ਸਾਹਿਬ ਨੇ ਦੱਸਿਆ ਕਿ ਆਰਗੇਨਾਈਜ਼ ਏਰੀਆ ਜਿਹੜਾ ਉਹਦੇ 'ਚ ਮੇਰੇ ਹਿਸਾਬ ਨਾਲ ਇਸਤੇਮਾਲ ਹੋ ਸਕਦੀ ਹੈ ਜੀ। ਹਾਂਜੀ, ਬਿਲਕੁਲ ਹੋ ਸਕਦੀ। ਹਾਂਜੀ। ਹਵਾ ਤੇ ਕੋਈ ਹੋਰ ਖਾਸ ਗੱਲ ਦੱਸੋ ਤਾਂ, ਕਿਉਂਕਿ ਹਵਾ ਦਾ ਪ੍ਰਦੂਸ਼ਣ ਦਾ ਬੜਾ ਚਰਚਾ ਹੋ ਰਹੀ ਹੈ ਸਰ, ਜੇ ਕੋਈ ਨਵੀਂ ਗੱਲ ਤੁਸੀਂ ਦੱਸ ਸਕੋ ਕਿ ਜਿਵੇਂ ਕਿ ਆਪਾਂ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਵਹੀਕਲ ਨੇ ਸਾਡੇ, ਵਹੀਕਲਾਂ ਦੀ ਕੋਈ ਖਾਸ ਨੀਤੀ ਬਣਨ ਦੀ ਸੰਭਾਵਨਾ ਹੋਵੇ ਤਾਂ ਸਰਕਾਰ ਸੋਚੇ ਤਾਂ ਕਿੰਨਾ ਪੋਲਿਊਸ਼ਨ ਕਰਦਾ ਇੱਕ ਵਹੀਕਲ, ਕਿੰਨੀ ਹਵਾ ਖਰਾਬ ਕਰ ਦਿੰਦਾ ਸੀ? ਦੇਖੋ, ਨੀਤੀਆਂ ਤਾਂ ਬਹੁਤ ਹੈ ਹਾਂਜੀ, ਪਰ ਇੰਪਲੀਮੈਂਟ ਨਹੀਂ। ਇਹਨਾਂ ਨੂੰ ਜੇ ਓਨੈਸਟੀ ਨਾਲ ਇੰਪਲੀਮੈਂਟ ਕੀਤਾ ਜਾਵੇ, ਹੁਣ ਤੁਸੀਂ ਦੇਖਿਆ ਹੋਣਾ ਵੀ ਆਮ ਤੌਰ ਤੇ ਆ ਕਈ ਪੋਲਿਊਸ਼ਨ ਸੈਂਟਰ ਇਦਾਂ ਦੇ ਹੈਗੇ ਜਿਹੜੇ ਤੁਹਾਡੀ ਗੱਡੀ ਦੇਖਦੇ ਵੀ ਨਹੀਂ ਹੈ, ਜੀ, ਸਰਟੀਫਿਕੇਟ ਜਾਰੀ ਕਰ ਦਿੰਦੇ ਆ। ਹਾਂਜੀ, ਹੈ ਨਾ ਜੀ? ਠੀਕ ਹੈ। ਇਹ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਜ਼ਿਆਦਾ ਲੋੜ ਹੈ, ਨਾ ਕਿ ਹੋਰ ਨੀਤੀਆਂ ਬਣਾਉਣ ਦੀ। ਨੀਤੀਆਂ ਕਾਫੀ ਬਣੀਆਂ ਹੋਈਆਂ ਜੀ, ਜੇ ਇਹਨਾਂ ਨੂੰ ਪਹਿਲਾਂ ਇੰਪਲੀਮੈਂਟ ਕਰ ਲਈਏ, ਮੁੜ ਕੇ ਜਿਹੜੀ ਨੀਤੀ ਬਚੂਗੀ ਉਹਨੂੰ ਬਣਾਇਆ ਜਾ ਸਕਦਾ ਹੈ। ਜੀ। ਯਾਨੀ ਇੱਕ ਥੋੜੀ ਜਿਹੀ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਧਰਤੀ ਹੇਠਲੇ ਪਾਣੀ ਦੇ ਵਿੱਚ ਇੱਕ NGO ਬਹੁਤ ਸਮੇਂ ਤੋਂ ਲੜ ਰਿਹਾ, ਸਾਡੇ ਧਿਆਨ 'ਚ ਆਇਆ ਸੀ ਮਸਲਾ। 2 ਸਰਕਾਰਾਂ ਬਦਲੀਆਂ, ਹਜੇ ਤੱਕ ਉਹ ਮਸਲਾ ਉੱਥੇ ਦਾ ਉੱਥੇ ਸੁਪਰੀਮ ਕੋਰਟ 'ਚ ਰੁਕਿਆ ਹੋਇਆ ਤੇ ਬਹੁਤ ਵੱਡਾ ਮਸਲਾ, ਜਿੱਥੇ ਮੇਰੇ ਹਿਸਾਬ ਤੁਹਾਡੇ ਧਿਆਨ 'ਚ ਵੀ ਤੁਸੀਂ ਲਿਖਿਆ ਵੀ ਹੈ ਕਿਤੇ ਕਿ ਵੀ ਪੰਜਾਬ ਆਉਂਦੇ ਕਈ ਦਹਾਕਿਆਂ ਬਾਅਦ ਰੇਗਿਸਤਾਨ ਦੀ ਸਥਿਤੀ ਦੇ ਵਿੱਚ ਆ ਜਾਊਗਾ। ਉਸ 'ਤੇ ਵੀ ਨੀਤੀਆਂ ਤੇ, ਯਾਨੀ ਕਿ ਜਦੋਂ ਆਪਾਂ ਚੋਣਾਂ 'ਚ ਜਾਂਦੇ ਹਾਂ ਉਦੋਂ ਨੀਤੀਆਂ ਉਹ ਜਿਹੀਆਂ ਘੜ ਲੈਂਦੇ ਕਿ ਗਾਂਹ ਜਾ ਕੇ ਨੁਕਸਾਨ ਦਾ ਕਾਰਨ ਬਣ ਜਾਂਦੀਆਂ। ਅੱਛਾ ਜੀ ਗੁਰਮੇਲ ਜੀ,
ਤੁਸੀਂ ਬੜੀ ਤਿੱਖੀ ਨਜ਼ਰ ਨਾਲ ਦੇਖ ਰਹੇ ਹੋ, ਮੈਂ ਤੁਹਾਡੇ ਕੋਲੇ ਆਉਣਾ। ਤੁਸੀਂ ਦੱਸੋ ਕਿ ਤੁਸੀਂ ਇੱਕ ਆਮ ਬੰਦਿਆਂ 'ਚ ਵਿਚਰਦੇ ਹੋ, ਕਿੰਨੇ ਕਿ ਤੁਸੀਂ ਆਮ ਲੋਕਾਂ ਨੂੰ ਜਾਗਰੂਕ ਕਰਕੇ ਨਾਲ ਜੋੜ ਸਕੇ ਹੋ, ਕਿੰਨੇ ਕਿ ਬੱਚਿਆਂ 'ਚ ਚਿਣਕ ਪੈਦਾ ਕਰ ਸਕੇ ਹੋ ਵਾਤਾਵਰਨ ਸੰਭਾਲ ਦੀ? ਬਰੀਫ 'ਚ ਦੱਸਣਾ ਵੀ ਐਵਰੇਜ ਕਿੰਨਾ ਕਰ ਤੁਸੀਂ 10 ਸਾਲਾਂ 'ਚ ਕਿੰਨੇ ਕਿ ਪਰਸਨ ਮੰਨ ਲਈ ਆਪਾਂ? ਅਸੀਂ ਜੀ ਦੇਖੋ ਜਿਹੜੇ ਦੇ ਬੱਚੇ ਨੇ ਉਹ ਸਕੂਲਾਂ 'ਚ ਹੀ ਸਾਨੂੰ ਮਿਲਦੇ ਨੇ। ਕਿੰਨੇ ਸਕੂਲ ਕਵਰ ਕੀਤੇ ਤੁਸੀਂ? ਅਸੀਂ ਘੱਟੋ ਘੱਟ 15-20 ਸਕੂਲ 15-20 ਸਕੂਲ। ਆਪਾਂ ਇੱਕ ਸਕੂਲ 'ਚ 1000 ਮੰਨ ਲਈਏ? ਨਹੀਂ, 1000 ਤਾਂ 500 ਮੰਨ ਲਈਏ, ਕਿਉਂਕਿ ਸਰਕਾਰੀ ਸਕੂਲ ਹੁੰਦੇ ਨੇ ਜੀ। ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘੱਟ ਹੈ, ਆਮ ਤੌਰ ਤੇ 500 ਹੁੰਦੇ ਨੇ ਜੀ। 500 ਮੰਨ ਲਈਏ, ਤੁਸੀਂ 15 ਕਹਿੰਦੇ ਹੋ। ਹਾਂਜੀ, 15 5 75, ਹਾਂਜੀ, 750। ਹਾਂਜੀ। ਕਿੰਨੇ ਕਿ ਤੁਸੀਂ ਮੰਨਦੇ? 7,500 7,500 ਹੋ ਗਏ ਜੀ। ਚਲੋ 7,500 ਲਾ ਲਓ। ਹਾਂ, ਉਹਨਾਂ ਤੇ ਸਾਡਾ ਬਹੁਤ ਵਧੀਆ ਅਸਰ ਪੈਂਦਾ ਜੀ, ਕਿਉਂਕਿ ਸਾਡੇ ਨਾਲ ਅਸੀਂ ਚਾਹੇ ਇੰਨੇ ਮਾਹਰ ਨਹੀਂ ਹੈਗੇ, ਪਰ ਸਾਡੇ ਨਾਲ ਇੱਕ ਦਾ ਉਹ ਵਾਤਾਵਰਨ ਦਾ ਮਾਹਰ ਜ਼ਰੂਰ ਹੁੰਦਾ ਜੀ। ਜਿਵੇਂ ਅਸੀਂ ਡਾਕਟਰ ਪਿਆਰਾ ਲਾਲ ਗਰਗ ਨੂੰ ਲਿਜਾਣੇ ਹੁੰਦੇ ਆ ਜੀ ਸਕੂਲਾਂ 'ਚ ਆਮ ਤੌਰ ਤੇ, ਠੀਕ ਹੈ। ਤੇ ਹੋਰ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਵਾਤਾਵਰਨ ਤੇ ਜਾਂ ਹੋਰ ਨਸ਼ਿਆਂ ਤੇ ਵਧੀਆ ਬੋਲ ਸਕਦੇ ਨੇ ਸਾਡੇ ਨਾਲੋਂ ਵੀ। ਸਾਡੇ ਤਾਂ ਭਾਵਨਾ ਹੈ ਵੀ ਅਸੀਂ ਵੱਧ ਤੋਂ ਵੱਧ ਵਾਤਾਵਰਨ ਤੇ ਗੱਲ ਕਰੀਏ। ਸਾਡੇ ਜਿਹੜੇ ਮਾਹਰ ਨੇ ਉਹਨਾਂ ਨੂੰ ਲਿਜਾਣੇ ਆ, ਉਹਨਾਂ ਦਾ ਬਹੁਤ ਅਸਰ ਪੈਂਦਾ ਜੀ। ਤੇ ਇਹ ਤਾਂ ਹੋ ਗਿਆ ਸਾਡਾ ਬੱਚੇ ਸਿਸਟਮ। ਬਾਕੀ ਹੈ ਜਿਹੜਾ ਅਸੀਂ ਸ਼ਹਿਰ ਦੇ ਵਿੱਚ ਕੰਮ ਕਰਦੇ ਆ, ਸਾਡੇ ਮੇਰਾ ਖਿਆਲ ਹੈ ਸੈਂਕੜੇ ਮੈਂਬਰ ਨੇ, ਸੈਂਕੜੇ ਵੀ ਕਹਿ ਸਕਦੇ ਹੁਣ ਤਾਂ ਹਜ਼ਾਰਾਂ ਦੀ ਗਿਣਤੀ 'ਚ। ਚਲੋ ਮੈਂ ਦੇਸ਼ ਦੇ ਭਵਿੱਖ ਤੇ ਆਊਂਗਾ, ਜਿਹਨੂੰ ਭਵਿੱਖ ਕਿਹਾ ਜਾਂਦਾ ਹੈ। ਸਿਆਸਤ ਵਾਲੇ ਵੀ ਕਹਿੰਦੇ ਨੇ ਤੇ ਹਰ ਖਿੱਤੇ ਵਾਲੇ ਕਹਿੰਦੇ ਨੇ ਕਿ ਦੇਸ਼ ਦਾ ਭਵਿੱਖ ਬੱਚੇ ਨੇ। ਬੱਚਿਆਂ ਪ੍ਰਤੀ ਤੁਹਾਡੀਆਂ ਵਾਤਾਵਰਨ ਸੰਭਾਲ ਪ੍ਰਤੀ ਗਾਂ ਕੋਈ ਯੋਜਨਾਵਾਂ ਹੈ ਖਾਸ? ਹਾਂਜੀ, ਬਿਲਕੁਲ ਹੈਗੀਆਂ ਜੀ। ਜਿਵੇਂ ਕਿ ਇੱਕ ਅੱਧੀ ਦੀ ਗੱਲ ਕਰ, ਜਿਵੇਂ ਕਿ ਬੱਚਿਆਂ ਦਾ ਹੁਣ ਮਤਲਬ ਵਾਰ-ਵਾਰ ਸਕੂਲਾਂ ਜਾ ਕੇ ਇਹਨਾਂ ਨੂੰ ਐਕਟੀਵੇਟ ਕਰੀਂਦਾ ਵੀ ਤੁਸੀਂ ਦਰਖਤ ਲਾਓ, ਆਪਦੇ ਜਨਮ ਦਿਨ ਤੇ ਲਾਓ, ਉਹਨੂੰ ਪਾਲੋ। ਇਹ ਜੇ ਤੁਸੀਂ ਜਿੰਦੇ ਰਹਿਣਾ ਚਾਹੁੰਦੇ ਹੋ ਵਧੀਆ ਵਾਤਾਵਰਨ ਦੇ ਵਿੱਚ, ਤਾਂ ਤੁਹਾਨੂੰ ਇਹ ਕੰਮ ਕਰਨੇ ਹੀ ਪੈਣਗੇ। ਚਾਹੇ ਸਾਡੀਆਂ ਸਰਕਾਰਾਂ ਬੜਾ ਸਲੋ ਚੱਲ ਰਹੀਆਂ ਨੇ, ਕਿਉਂਕਿ ਸਾਡੇ ਕਰਪਟ ਢਾਂਚੇ ਨੇ ਇਹ ਗੱਲਾਂ ਇੱਧਰ ਆ ਨਹੀਂ ਰਹੀਆਂ, ਪਰ ਸਾਨੂੰ ਜਿਵੇਂ ਕਹਿੰਦੇ ਨੇ ਵੀ ਸਰਕਾਰਾਂ ਤੇ ਨਹੀਂ ਨਿਰਭਰ ਰਹਿਣਾ ਪਵੇਗਾ, ਸਾਨੂੰ ਕੁਝ ਯਤਨ ਆਪ ਹੀ ਕਰਨੇ ਪੈਣਗੇ। ਬੱਚਿਓ, ਤੁਸੀਂ ਦੇਸ਼ ਦਾ ਭਵਿੱਖ ਹੋ। ਸਾਡੇ ਜਿਹੜੇ ਲੀਡਰ ਨੇ ਉਹਨਾਂ ਨੇ ਤੁਹਾਨੂੰ ਆ ਕੇ ਇਹ ਗੱਲਾਂ ਦੱਸਣੇ ਨੇ, ਉਹ ਸਾਡੇ ਵਰਗੇ ਜਿਹੜੇ ਕੋਈ ਸਮਾਜ ਸੇਵਾ ਨਾਲ ਜੁੜੇ ਹੋਏ ਲੋਕ ਨੇ ਉਹੀ ਦੱਸ ਸਕਦੇ ਨੇ। ਤੁਸੀਂ ਇੱਧਰ ਜ਼ਰੂਰ ਧਿਆਨ ਦੇਣਾ ਹੈ। ਟੀਚਰਾਂ ਨੂੰ ਵੀ ਕੁਝ ਕਹਿੰਦਾ। ਚਲੋ ਤੁਸੀਂ ਇੱਕ ਸੁਨੇਹਾ ਲੈ ਕੇ ਚੱਲ ਰਹੇ ਹੋ, ਉਹ ਚ ਸਫਲ ਵੀ ਤੁਸੀਂ ਮੰਨਦੇ ਹੋ? ਅਸੀਂ ਸਫਲ ਹੋ ਰਹੇ ਹਾਂ ਜੀ। ਹਾਂ, ਜੇ ਸਰਕਾਰ ਨੇ ਤੁਹਾਨੂੰ ਨੋਟਿਸ ਕੀਤਾ ਜਾਂ ਸਰਕਾਰੀ ਤੰਤਰ ਨੇ ਨੋਟਿਸ ਕੀਤਾ, ਕੁਝ ਨਾ ਕੁਝ ਅਸਰ ਤਾਂ ਹੈ। ਹਾਂਜੀ, ਹਾਂ। ਬਾਗਾ ਸਾਹਿਬ, ਤੁਸੀਂ ਦੱਸੋ, ਰਿਹਾਇਸ਼ੀ ਦੇ ਵਿੱਚ ਸੁਚੱਜਤਾ ਦੀ ਗੱਲ ਕਰੀਏ, ਵਾਤਾਵਰਨ ਦੇ ਮੱਦੇ ਨਜ਼ਰ ਥੋੜੇ ਸ਼ਬਦਾਂ 'ਚ ਗੱਲ ਕਰੋ, ਦਰਸ਼ਕਾਂ ਨੂੰ ਸਮਝਾਓ ਥੋੜੀ ਜਿਹੀ ਗੱਲ ਵੀ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ। ਇੱਕ ਤਾਂ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਜ਼ਿਆਦਾ ਸੀਰੀਅਸ ਚੀਜ਼ ਅਸੀਂ ਨੋਟ ਕੀਤੀ ਹੈ। ਜੇ ਕਿਸੇ ਬੰਦੇ ਨੂੰ 2 ਕਮਰਿਆਂ ਦੀ ਜ਼ਰੂਰਤ ਹੈ ਤੇ ਉਹ ਵੀ 12 ਕਮਰਿਆਂ ਦੀ ਕੋਠੀ ਪਾਉਂਦਾ, ਕਿਉਂਕਿ ਉਹ ਕਹਿੰਦਾ ਜੀ ਉਹ ਮੇਰੇ ਗੁਆਂਢੀਆਂ ਨਾਲੋਂ ਮੈਂ ਵੱਡੀ ਕੋਠੀ ਬਣਾਉਣੀ ਆ, ਉਹਨਾਂ ਨੂੰ ਥੱਲੇ ਦਿਖਾਉਣਾ ਨਾ ਜੀ। ਮੈਂ ਸਮਝਦਾ ਕਿ ਜ਼ਿਆਦਾ ਕੰਸਟਰਕਸ਼ਨ ਕਰਨ ਨਾਲ ਆਪਾਂ এনवायरमेंट ਨੂੰ ਜ਼ਿਆਦਾ ਵਾਤਾਵਰਨ ਨੁਕਸਾਨ ਕਰਦੇ ਆ ਜੀ। ਇੱਕ ਤਾਂ ਇਹੀ ਕਹਿਣਾ ਕਿ ਜਿੰਨੀ ਲੋੜ ਆ ਓਨਾ ਹੀ ਮਕਾਨ ਬਣਾਓ ਜੀ, ਇਹ ਸਿੱਧੀ ਜੀ ਗੱਲ ਆ ਪਹਿਲੇ ਤਾਂ। ਦੂਜੀ ਗੱਲ ਇਹ ਆ ਕਿ ਗ੍ਰੀਨ ਬਿਲਡਿੰਗਸ ਬਣਾਓ, ਉਸ ਤਰ੍ਹਾਂ ਦੇ ਮਟੀਰੀਅਲ ਇਸਤੇਮਾਲ ਕਰੋ ਜਿਨ੍ਹਾਂ ਦੇ ਇਸਤੇਮਾਲ ਕਰਨ ਦੇ ਨਾਲ ਵਾਤਾਵਰਨ ਨੂੰ ਵੱਧ ਤੋਂ ਵੱਧ ਫਾਇਦਾ ਹੁੰਦਾ ਜੀ। ਉਹ ਆਰਕੀਟੈਕਟਸ ਨੂੰ ਐਨਗੇਜ ਕਰੋ, ਉਹਨਾਂ ਬੰਦਿਆਂ ਨੂੰ, ਕੰਸਲਟੈਂਟਸ ਨੂੰ ਐਨਗੇਜ ਕਰੋ ਜਿਹੜੇ ਉਸ ਗੱਲ ਦੀ ਨੌਲੇਜ ਰੱਖਦੇ ਹੋਣ। ਯਾਨੀ ਯੋਜਨਾਬੱਧ ਤਰੀਕੇ ਨਾਲ ਮਾਹਿਰਾਂ ਤੋਂ ਰਾਏ ਲੈ ਕੇ ਰਿਹਾਇਸ਼ ਬਣਾਓ ਤੇ ਵਧੀਆ ਘਰ ਬਣਾਓ। ਬਿਲਕੁਲ। ਲਾਚੋਵਾਲ ਜੀ, ਤੁਸੀਂ ਸਰਕਾਰੀ ਤੰਤਰ ਨੂੰ ਰਿਪਰੈਜ਼ੈਂਟ ਕਰਦੇ ਹੋ, ਲੰਬੇ ਸਮੇਂ ਤੋਂ ਲੱਗੇ ਨੂੰ, ਇੱਕ ਨੌਜਵਾਨ ਪੀੜ੍ਹੀ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ। ਮੇਰਾ ਮੰਨਣਾ ਹੈ ਕਿ ਨੌਜਵਾਨ ਤੋਂ ਬੜੀਆਂ ਉਮੀਦਾਂ ਨੇ, ਜਿਵੇਂ ਗੁਰਮੇਲ ਜੀ ਨੇ ਕਿਹਾ, ਤੇ ਤੁਸੀਂ ਥੋੜਾ ਉਦੋਂ ਅੱਗੇ ਸਟੈਪ 'ਚ ਵੀ ਤੁਸੀਂ ਉਮੀਦਾਂ ਦੇ ਖਰੇ ਉਤਰਨ ਵਾਲੇ ਚਿਹਰੇ ਤੇ ਆ ਗਏ ਹੋ। ਤੁਸੀਂ ਕੀ ਸਮਝਦੇ ਹੋ ਜਿਹੜੀਆਂ ਆਪਾਂ ਨੀਤੀਆਂ ਦੀ ਗੱਲ ਕੀਤੀ ਹੈ, ਨੀਤੀਆਂ ਹੈਗੀਆਂ, ਇੰਪਲੀਮੈਂਟ ਨਹੀਂ ਹੈ, ਤੇ ਇੰਪਲੀਮੈਂਟ ਨਹੀਂ ਹੈ ਤਾਂ ਫਿਰ ਵੀ ਸਰਕਾਰੀ ਤੰਤਰ ਦਾ ਹੀ ਫਰਕ ਹੈ। ਉੱਥੇ ਸਰਕਾਰ ਕੀ ਕਰਨਾ ਚਾਹੀਦਾ? 2 ਚੀਜ਼ਾਂ ਜੀ। ਇੱਕ ਤਾਂ ਕਦੀ ਵੀ ਸਰਕਾਰੀ ਤੰਤਰ ਇਕੱਲਾ ਨਹੀਂ ਕੰਮ ਕਰ ਸਕਦਾ ਹੁੰਦਾ ਜੀ। ਜਿੱਦਾਂ ਇਹ ਦੱਸਦੇ ਆ ਕਿ ਸਾਨੂੰ ਇੰਪਲੀਮੈਂਟ ਦੀ ਗੱਲ ਕਰੀ, ਇੰਪਲੀਮੈਂਟੇਸ਼ਨ ਵੱਲ ਨੂੰ ਜਾ ਰਿਹਾ ਮੈਂ। ਹੁਣ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਜੀ। ਪਾਰਕਾਂ ਅਸੀਂ ਬਣਾ ਦਿੱਤੀਆਂ ਜੀ, ਠੀਕ ਹੈ। ਪਾਰਕਾਂ ਦੇ ਵਿੱਚ ਜਾ ਕੇ ਕਈ ਲੋਕ ਬੂਟੇ ਤੋੜਦੇ ਆ, ਖਰਾਬ ਕਰ ਦਿੰਦੇ ਆ ਜੀ। ਕਈ ਸਰਦਾਰ ਗੁਰਮੇਲ ਸਿੰਘ ਹੋਣਾ ਵਰਗੇ ਆ, ਹਾਂਜੀ, ਉਹ ਜਾ ਕੇ ਬੂਟੇ ਉੱਥੇ ਲਾਉਂਦੇ ਆ, ਹਾਂਜੀ, ਔਰ ਜਿਹੜਾ ਫੁੱਲ ਤੋੜਦਾ ਉਹਨਾਂ ਲੜਦੇ ਵੀ ਆ ਜੀ। ਠੀਕ ਹੈ। ਇਹ ਸਾਨੂੰ ਦੂਜੀ ਕਿਸਮ ਦੇ ਲੋਕ ਜਿਹੜੇ ਆ ਉਹ ਨਾਲ ਚਾਹੀਦੇ ਸਰਕਾਰੀ ਤੰਤਰ ਦੇ। ਚਲੋ
ਯਾਨੀ ਤੁਹਾਡੇ ਨਾਲ ਸਮਾਜ ਵੀ ਚਾਹੀਦਾ। ਬਿਲਕੁਲ, ਸਰਕਾਰੀ ਤੰਤਰ ਸਮਾਜ ਨਾਲੋਂ ਅੱਡ ਹੋ ਕੇ ਨਹੀਂ ਚੱਲ ਸਕਦਾ, ਸਮਾਜ ਜਿਹੜਾ ਉਹ ਸਰਕਾਰੀ ਤੰਤਰ ਨਾਲੋਂ ਅੱਡ ਹੋ ਕੇ ਨਹੀਂ ਚੱਲ ਸਕਦਾ। ਇਹ ਦੋਵੇਂ ਇੱਕ ਦੂਜੇ ਦਾ ਅਨਿੱਖੜ ਮੰਗ ਆ। ਪਰ ਇੱਕ ਗੱਲ ਹੋਰ ਹੈ, ਕਿਤੇ ਨਾ ਕਿਤੇ ਜਿਹੜੀ ਕਮੀ ਮੰਨੀ ਜਾਂਦੀ ਹੈ, ਜਿਹੜੀਆਂ ਨੀਤੀਆਂ ਬਣਦੀਆਂ ਨੇ, ਜਿਹੜੇ ਯੋਜਨਾਵਾਂ ਬਣਦੀਆਂ ਨੇ, ਜਿਹੜੇ ਸਾਰਥਕ ਚੀਜ਼ਾਂ ਨੇ, ਉਹਦੀ ਜਾਗਰੂਕਤਾ ਦੀ ਕਮੀ ਰਹਿੰਦੀ ਹੈਗੀ। ਉਹ ਤਾਂ ਸਰਕਾਰ ਦੀ ਗੱਲ ਬਣਦੀ ਹੈ। ਬਿਲਕੁਲ ਬਿਲਕੁਲ, ਉਹ ਕਈ ਵਾਰੀ ਤਾਂ ਉਹਨੂੰ ਫੋਰਸਫੁਲੀ ਇੰਪਲੀਮੈਂਟ ਕੀਤਾ ਜਾਂਦਾ ਤੇ ਜਾਗਰੂਕਤਾ ਆਪੀ ਆ ਜਾਂਦੀ ਹੈ। ਹਾਂਜੀ। ਲੇਕਿਨ ਸਰਕਾਰ ਕੋ ਇੰਨੀ ਮਸ਼ੀਨਰੀ ਵੀ, ਕਈ ਵਾਰੀ ਮਸ਼ੀਨਰੀ ਦੀ ਵੀ ਘਾਟ ਹੋ ਜਾਂਦੀ, ਫੰਡਾਂ ਦੀ ਘਾਟ ਹੋ ਜਾਂਦੀ ਹੈ ਨਾ ਜੀ। ਜੀ ਜੀ ਜੀ। ਕੁਝ ਲੋਕਾਂ ਨੂੰ ਆਪ ਵੀ ਜਾਗਰੂਕ ਹੋਣਾ ਚਾਹੀਦਾ। ਜਿੱਦਾਂ ਹੁਣ ਇਹ ਕਹਿੰਦੇ ਆ ਕਿ ਸਰਦਾਰ ਗੁਰਮੇਲ ਸਿੰਘ ਹੁਣਾਂ ਨੇ ਦੱਸਿਆ ਕਿ ਬੱਚੇ ਜਿਹੜੇ ਆ, ਬੱਚਿਆਂ ਦੇ ਜੇ ਇੰਪ੍ਰਿੰਟ ਕਰ ਦਿੱਤਾ ਜਾਵੇ ਕਿ ਆਹ ਤੁਹਾਡੀ ਲੋੜ ਹੈ। ਮੈਂ ਹੁਣ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ। ਹਾਂਜੀ। ਮੈਂ ਆਪਣੀ ਮੇਰਾ ਛੋਟਾ ਜਿਹਾ ਬੇਟਾ ਆ 8 ਸਾਲ ਦਾ। ਉਹਨੂੰ ਮੈਂ ਕਿਹਾ ਵੀ ਆ ਬੂਟਾ ਲਿਆਂਦਾ, ਮੈਂ ਛੋਟਾ ਜਿਹਾ ਮੈਂ ਪਲਾਂਟ ਲੈ ਗਿਆ, ਮੈਂ ਕਿਹਾ ਤੂੰ ਲਾ ਇਹਨੂੰ ਤੇ ਤੂੰ ਹੀ ਪਾਣੀ ਪਾਉਣਾ, ਤੂੰ ਦੇਖਣਾ ਇਹਨੂੰ ਜੀ। ਉਹਨੇ ਬੂਟਾ ਲਾਇਆ ਜੀ। ਉਹਨੂੰ ਪਾਣੀ ਪਾਉਂਦਾ, ਉਹਦੀ ਕੇਅਰ ਕਰਦਾ ਆ ਉਹ ਜੀ। ਔਰ ਜੇ ਉਹਨੂੰ ਨਵਾਂ ਪੱਤਾ ਨਿਕਲਦਾ ਨਾ, ਉਹਨੂੰ ਹਾਂਜੀ ਬੜਾ ਖੁਸ਼ ਹੁੰਦਾ ਉਹ ਜੀ। ਔਰ ਫਿਰ ਮੈਨੂੰ ਆ ਕੇ ਦੱਸੂਗਾ ਪਾਪਾ ਉਹਨੂੰ ਨਵਾਂ ਪੱਤਾ ਨਿਕਲਿਆ, ਅੱਜ ਵੱਡਾ ਹੋ ਗਿਆ। ਜੀ। ਠੀਕ ਹੈ ਜੀ। ਮੈਂ ਉਸੇ ਗੱਲ ਨੂੰ ਜੋੜਨਾ ਚਾਹੁੰਦਾ ਸੀ ਵੀ ਜਿਵੇਂ ਤੁਸੀਂ ਇੱਕ ਬੱਚੇ ਨੂੰ ਲਾਇਆ, ਸਰਕਾਰੀ ਤੰਤਰ ਵਾਸਤੇ ਸਮਾਜ ਵੀ ਇੱਕ ਬੱਚੇ ਤਰ੍ਹਾਂ ਹੀ ਹੈ। ਜੇ ਉਹ 'ਚ ਜਾਗਰੂਕਤਾ ਆਊਗੀ, ਆਪਾਂ ਚਿਣਕ ਪੈਦਾ ਕਰੀਏ, ਥੋੜਾ ਜਿਹਾ ਅੱਗੇ ਹੋ ਕੇ ਆਏਗੀ, ਤਾਂ ਉਹ ਕਿਤੇ ਨਾ ਕਿਤੇ ਤੰਤਰ ਦੇ ਵਿੱਚ ਥੋੜੀ ਜੀ ਬਿਲਕੁਲ, ਸਰਕਾਰੀ ਤੰਤਰ ਤਾਂ ਪਹਿਲਾਂ ਚਾਹੀਦਾ। ਹਾਂਜੀ। ਪਹਿਲਾਂ ਕੰਮ ਕਰੂਗਾ ਤਾਂ ਹੀ ਚੱਲੂਗਾ, ਲੇਕਿਨ ਸਾਰਾ ਸਰਕਾਰੀ ਤੰਤਰ ਇੱਕੋ ਜਿਹਾ ਨਹੀਂ ਹੈਗਾ ਜੀ। ਬਹੁਤ ਕੰਮ ਹੋ ਵੀ ਰਿਹਾ, ਐ ਨਹੀਂ ਹੈ ਕਿ ਬਿਲਕੁਲ ਹੀ ਨਹੀਂ ਹੋ ਰਿਹਾ ਜੀ। ਕਾਫੀ ਹੱਦ ਤੱਕ ਕੰਮ ਹੋ ਨਹੀਂ ਰਿਹਾ। ਲੇਕਿਨ ਤੁਸੀਂ ਆਪਣਾ ਵੀ ਘਰ ਦੇਖ ਲਓ, ਕਈ ਵਾਰੀ ਅਸੀਂ ਵਿਆਹ ਰੱਖਿਆ ਹੁੰਦਾ ਘਰ, ਕਈਆਂ ਨੂੰ ਸੁਨੇਹੇ ਦੇਣੇ ਭੁੱਲ ਜਾਂਦੇ ਆ। ਇਸ ਕਰਕੇ ਖਾਮੀਆਂ ਤਾਂ ਨਾਲ ਚੱਲਦੀਆਂ ਹੀ ਆ। 100% ਪਰਫੈਕਸ਼ਨ ਕਿਤੇ ਵੀ ਨਹੀਂ ਤਾਂ ਫਿਰ ਗੜਬੜ ਹੈ। ਹਾਂ, ਫਿਰ ਤਾਂ ਗੜਬੜ ਹੈ। ਹਾਂਜੀ। ਜਿਵੇਂ ਕਿ ਹੁਣ ਮੈਂ ਤੁਹਾਨੂੰ ਇੱਕ ਜ਼ਿਕਰ ਕਰ ਹੀ ਚੁੱਕਿਆ ਕਿ 2 ਸਰਕਾਰਾਂ ਬਦਲ ਗਈਆਂ, ਹਜੇ ਤੱਕ ਕੋਈ ਅਸਰ ਨਹੀਂ। ਸਰਕਾਰਾਂ ਛੱਡੋ, ਲੋਕ ਛੱਡੋ, ਤੰਤਰ ਛੱਡੋ, ਅਦਾਲਤ ਵੀ ਬੇਬਸ ਨਜ਼ਰ ਆ ਰਹੀ। ਇਹ ਸਨ ਸਰਦਾਰ ਲਾਚੋਵਾਲ ਜੀ, ਜੋ ਗਵਾਡਾ ਪੰਜਾਬ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਨੇ, ਐਕਸ਼ਨ ਤੌਰ ਤੇ ਹਾਰਟੀਕਲਚਰ ਐਕਸ਼ਨ ਨੇ। ਸੁਰਿੰਦਰ ਬਾਗਾ ਜੀ, ਜੋ ਵਸਤੂ ਕਲਾ ਦੇ ਮਾਹਿਰ ਨੇ। ਗੁਰਮੇਲ ਜੀ, ਜੋ ਇੱਕ ਕਾਮਨ ਆਦਮੀ ਚੋਂ ਨਿਕਲ ਕੇ ਵਾਤਾਵਰਣ ਦਾ ਚਿਣਕ ਲੋਕਾਂ 'ਚ ਫੈਲਾਉਣ ਦੇ ਵਿੱਚ ਕਾਫੀ ਸਫਲ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਆਪਾਂ ਬੱਚਿਆਂ ਤੇ ਕੰਮ ਕਰੀਏ, ਇੱਕ ਪਨੀਰੀ ਤੇ ਕੰਮ ਕਰੀਏ, ਤਾਂ ਇਸ ਦੇ ਅਗਲੇ ਨਤੀਜੇ ਬਹੁਤ ਅੱਛੇ ਹੋ ਸਕਦੇ ਨੇ। ਜੇ ਬਾਗਾ ਸਾਹਿਬ ਕੋਲੇ ਆਈਏ, ਉਹ ਵਸਤੂ ਕਲਾ 'ਚ ਗੱਲ ਕਰਦੇ ਨੇ ਕਿ ਜੇ ਆਪਾਂ ਗ੍ਰੀਨ ਬਿਲਡਿੰਗਾਂ 'ਚ ਚੱਲੀਏ, ਬਿਜਲੀ ਦੀ ਖਪਤ ਘੱਟ ਕਰੀਏ, ਇਹਦੇ ਨਾਲ ਬਹੁਤ ਇੱਕ ਸਹਿਯੋਗ ਹੋ ਜਾਂਦਾ ਹੈ। ਜੇ ਲਾਚੋਵਾਲ ਜੀ ਕੋਲੇ ਆਈਏ ਤਾਂ ਉਹਨਾਂ ਦੀਆਂ ਬਹੁਤ ਗੱਲਾਂ ਐਸੀਆਂ ਨੇ ਕਿ ਸਰਕਾਰ ਕੰਮ ਕਰ ਰਹੀ ਹੈ, ਬਹੁਤ ਅੱਛੇ ਤਰੀਕੇ ਨਾਲ ਕਰ ਰਹੀ ਹੈ, ਪਰ ਕੁਝ ਖਾਮੀਆਂ ਵੀ ਹੈਗੀਆਂ ਨੇ। ਪਰ ਇਹ ਖਾਮੀਆਂ ਲੋਕਾਂ ਦੇ ਨਾਲ ਜੁੜ ਕੇ ਹੀ, ਲੋਕਾਂ ਦੇ ਸਹਿਯੋਗ ਨਾਲ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਾਤਾਵਰਣ ਸੰਭਾਲ ਦੀਆਂ ਨੀਤੀਆਂ ਤੇ ਸਰਕਾਰ ਕੀ ਕੰਮ ਕਰਦੀ ਹੈ, ਉਹਦਾ ਇੰਪਲੀਮੈਂਟ ਕਿੰਨਾ ਹੁੰਦਾ ਹੈ, ਸਮਾਜ ਸਹਿਯੋਗ ਕਿੰਨਾ ਕਰਦਾ ਹੈ, ਇਹ ਸਾਰਿਆਂ ਨੂੰ, ਦੋਹਾਂ ਧਿਰਾਂ ਨੂੰ ਸੋਚਣ ਦੀ ਲੋੜ ਹੈ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।